ਜਦੋਂ ਇਲੈਕਸ਼ਨ ਆਉਂਦੇ ਆ ਵੱਡੇ ਤੋਂ ਵੱਡੇ ਲੀਡਰ ਵਾਰਡ ਪੱਧਰ ਤੇ ਤੁਰ ਪੈਂਦੇ ਨੇ। 4 ਸਾਲ ਕੋਈ ਕਿਸੇ ਦੀ ਬਾਤ ਨਹੀਂ ਪੁੱਛਦਾ, ਕਿਸੇ ਵਰਕਰ ਦੀ ਕੋਈ ਸੁਣਵਾਈ ਨਹੀਂ। ਧਰਮਸ਼ਾਲਾ ਆ ਨਾਲੀਆਂ ਆ ਗਲੀਆਂ ਆ ਸੜਕਾਂ ਇੱਥੇ ਹੀ ਉਲਝਾਇਆ ਹੋਇਆ ਇਹਨਾਂ ਨੇ, ਕੋਈ ਐਜੂਕੇਸ਼ਨ ਦੀ ਗੱਲ ਕਰਦਾ। ਸਰਕਾਰ ਚਾਹੇ ਬਾਦਲ ਸਾਹਿਬ ਦੀ 10 ਸਾਲ ਰਾਜ ਕੀਤਾ, ਖਜ਼ਾਨਾ ਖਾਲੀ। ਕਾਂਗਰਸ ਨੇ ਰਾਜ ਕੀਤਾ, ਪਹਿਲਾਂ ਵੀ ਕੀਤਾ, ਹੁਣ ਵੀ ਖਜ਼ਾਨਾ ਖਾਲੀ। ਉਹ ਖਜ਼ਾਨਾ ਖਾਲੀ ਕਿਵੇਂ ਹੋਇਆ? ਉਹੀ ਤਾਂ ਮੈਂ ਕਹਿੰਦਾ 100 ਵਿੱਚੋਂ 90 ਤਾਂ ਖਾ ਜਾਂਦੇ ਨੇ। ਸਵੇਰ ਦੀ ਦਿਨਚਰਿਆ ਵਿੱਚ ਅਸੀਂ ਕਿੰਨੇ ਟੈਕਸ ਦਿੰਦੇ ਆ, ਜਿਹੜੇ ਅਸੀਂ ਘਰ ਵਰਤੋਂ ਲੈਂਦੇ ਹਾਂ ਉਹਨਾਂ ਦੇ ਵਿੱਚ ਟੈਕਸ ਦਿੰਦੇ ਆ, ਪਰ ਉਹ ਫੰਡ ਕਿੱਥੇ ਜਾਂਦੇ ਨੇ, ਉਹਨਾਂ ਦਾ ਮਿਸਯੂਜ਼ ਹੁੰਦਾ ਹੈ। ਜਿਨ੍ਹਾਂ ਨੂੰ ਬਿਜਲੀ ਫ੍ਰੀ ਮਿਲੂਗੀ, ਜਿਨ੍ਹਾਂ ਨੂੰ ਅਨਾਜ ਫ੍ਰੀ ਮਿਲੂਗਾ, ਜਿਨ੍ਹਾਂ ਨੂੰ ਭੱਤੇ ਮਿਲਣਗੇ ਉਹ ਕੰਮ ਕਰਨਗੇ। ਇਹ ਤਾਂ ਲਾਚਾਰ ਕਰ ਰਹੇ ਆ। ਈਮਾਨਦਾਰ ਸਿਆਸਤਦਾਨ ਤਾਂ ਉਹ ਸਿਆਸਤ ਕਰਨਾ ਹੀ ਨਹੀਂ ਚਾਹੁੰਦਾ। ਕਿਉਂ ਕਹਿੰਦੇ ਨੇ ਵੀ ਜਦੋਂ ਆਪਾਂ ਕਹਿੰਦੇ ਆ ਵੀ ਸਿਆਸਤ ਕਰਨੀ, ਅਗਲਾ ਹੱਥ ਜੋੜ ਦਿੰਦਾ, ਕਹਿੰਦਾ ਯਾਰ ਹੋਰ ਕੋਈ ਕੰਮ ਕਰਾ ਲਾ। ਅੱਜ ਆ ਕੇ ਸਾਨੂੰ ਆਸ਼ਵਾਸਨ ਦੇ ਦਿੱਤਾ ਕਿ ਆਹ ਚੀਜ਼ ਬਣਾ ਦਾਂਗੇ ਜੀ, ਉਹ ਚੀਜ਼ ਕਰ ਦਾਂਗੇ, ਬਣਾਈ ਤਾਂ ਕਿਸੇ ਨੇ ਨਹੀਂ। ਹੁਣ ਤਾਂ 10ਵੀਂ ਤੋਂ ਬਾਅਦ ਹੀ ਸ਼ੁਰੂ ਹੋ ਜਾਂਦਾ ਕਿ ਅੱਛਾ ਆਈਲੈਟਸ ਕਰ ਲਾ, +1 +2 ਬਾਹਰ ਦਾ ਜਹਾਜ਼ ਦਿਖਣ ਲੱਗ ਜਾਂਦਾ, ਚਾਹੇ ਇੱਥੇ ਕਿੰਨਾ ਹੀ ਬੰਦਾ। ਉੱਥੇ ਆਪਾਂ ਇੱਕ ਜੌਬ ਕਰਦੇ ਆ ਨਾ, ਉੱਥੇ ਸਾਨੂੰ ਨਾ $13 ਮਿਲਦੇ ਆ ਪਰ ਘੰਟੇ ਦੇ, ਬਟ ਉੱਥੇ $13 ਘੰਟੇ ਦੇ ਲੈ ਕੇ ਅਸੀਂ ਬਹੁਤ ਖੁਸ਼ ਹਾਂ। ਦੋ ਲਾਈਨਾਂ ਤੋਂ ਸ਼ੁਰੂ ਕਰਾਂਗਾ। ਕਿਸੇ ਸ਼ਾਇਰ ਨੇ ਚੁਣਾਵ ਲਈ 2 ਲਾਈਨਾਂ ਲਿਖੀਆਂ। ਕਹਿੰਦਾ हर गरीब की थाली में खाना है, हर गरीब की थाली में खाना है, लगता है चुनाव आने वाला है। तो शायद यही हकीकत है ਭਾਰਤ ਦੀ ਸਿਆਸਤ ਦੀ। ਜਦੋਂ ਕਿਸੇ ਵੀ ਸੂਬੇ ਦੇ ਵਿੱਚ ਚੁਣਾਵ ਦਾ ਬਿਗੁਲ ਵੱਜ ਜਾਂਦਾ ਹੈ, ਉਦੋਂ ਵਾਅਦਿਆਂ ਦੇ ਬਿਗੁਲ ਸ਼ੁਰੂ ਹੋ ਜਾਂਦੇ ਨੇ। ਕੋਈ ਵੀ ਪਾਰਟੀ ਹੋਵੇ, ਕੁਝ ਵੀ ਹੋਵੇ। ਅੱਜ ਸਿਆਸੀ ਚੁਸਕੀ ਦਾ ਦੌਰ, ਅਸੀਂ ਚੁਸਕੀ ਲੈਣ ਆਏ ਹਾਂ ਭਾਰਤ ਦਾ ਮੈਨਚੈਸਟਰ ਲੁਧਿਆਣੇ ਵਿੱਚ। ਤੇ ਲੁਧਿਆਣੇ ਦੀ ਗੜ੍ਹ ਇਹ ਕਿਰਪਾਲ ਨਗਰ ਹੈ, ਜਿੱਥੇ ਕਿ ਹੌਜ਼ਰੀ ਇੰਡਸਟਰੀ ਹੈ ਸਾਰੀ। ਤੇ ਇੱਥੇ ਉਹ ਸਾਰੇ ਲੋਕ ਤੁਹਾਨੂੰ ਇਹਨਾਂ ਨਾਲ ਰੂਬਰੂ ਕਰਾਵਾਂਗੇ ਵੀ ਇਹ ਕਿਹੋ ਜਿਹਾ ਪੰਜਾਬ ਚਾਹੁੰਦੇ ਨੇ। ਮੈਂ ਫਿਰ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਚੀਜ਼ ਹੋਰ ਤੁਹਾਨੂੰ ਦੱਸਦਾ। ਹੋ ਸਕਦਾ ਹੈ ਕਿ ਇਹਨਾਂ ਦੇ ਵਿੱਚ ਕੋਈ ਕਾਂਗਰਸ ਨਾਲ ਜੁੜਿਆ ਹੋਊਗਾ, ਕੋਈ ਬੀਜੇਪੀ ਨਾਲ ਜੁੜਿਆ ਹੋਊਗਾ, ਕੋਈ ਆਮ ਆਦਮੀ ਪਾਰਟੀ ਨਾਲ ਜੁੜਿਆ ਹੋਊਗਾ, ਕਿਉਂਕਿ ਆਖਰਕਾਰ ਵੋਟਰ ਹੈ, ਵੋਟ ਤਾਂ ਕਿਸੇ ਨੂੰ ਪਾਣੀ ਹੈ। ਇਹਨਾਂ ਦੀਆਂ ਟਿੱਪਣੀਆਂ ਇਹਨਾਂ ਦੀਆਂ ਨਿੱਜੀ ਹੋਣਗੀਆਂ, ਚੈਨਲ ਦੀ ਨਹੀਂ ਰਾਏ ਹੋਏਗੀ। ਸਿਰਫ ਕੋਸ਼ਿਸ਼ ਇਹ ਜ਼ਰੂਰ ਰਹਿੰਦੀ ਹੈ ਕਿ ਇਹ ਦੱਸ ਸਕੀਏ ਕਿ ਪੰਜਾਬ ਕਿਹੋ ਜਿਹਾ ਚਾਹੀਦਾ ਹੈ, ਇਸ ਪੰਜਾਬ ਨੂੰ ਸੰਭਾਲਣ ਵਾਲੇ ਕਿਹੋ ਜਿਹੇ ਚਾਹੀਦੇ ਨੇ, ਹਕੀਕਤ ਕੀ ਹੈ ਉਹ ਤੁਹਾਨੂੰ ਦਿਖਾਣੀ ਹੈ। ਆਓ ਗੱਲ ਕਰਦੇ ਹਾਂ। ਸਵਾਲ ਉਹੀ ਨੇ ਜੋ ਕਿ ਹਰ ਪਿਛਲੇ ਵੀ ਐਪੀਸੋਡ 'ਚ ਤੁਹਾਨੂੰ ਹੋ ਸਕਦਾ ਕਿ ਉਹ 2 ਸਵਾਲ ਤੁਹਾਨੂੰ ਸੇਮ ਲੱਗਣ, ਪਰ ਮਕਸਦ ਉਹੀ ਹੈ ਕਿ ਆਓ ਦੇਖੀਏ ਕਿ ਪੰਜਾਬ ਕਿਹੋ ਜਿਹਾ ਚਾਹੀਦਾ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਤੁਹਾਡਾ? ਤੁਸੀਂ ਕਿੱਥੋਂ ਆਏ? ਮਾੜਾ ਮੇਰਾ ਨਾਮ ਲਾਲ ਸਿੰਘ ਸਿੱਧੂ ਹੈ ਜੀ। ਮੈਂ ਕਿਰਪਾਲ ਨਗਰ ਨੌਜਵਾਨ ਸਭਾ ਸਭਾ ਦਾ ਪ੍ਰਧਾਨ ਹਾਂ ਜੀ। ਇੱਥੇ ਲੁਧਿਆਣੇ ਦੇ ਰਹਿਣ ਵਾਲਾ ਵਾਂ। ਔਰ ਮੈਂ ਇੱਕ ਚੀਜ਼ ਦੇਖੀ ਆ, ਤਕਰੀਬਨ ਜਦੋਂ ਇਲੈਕਸ਼ਨ ਆਉਂਦੇ ਆ ਵੱਡੇ ਤੋਂ ਵੱਡੇ ਲੀਡਰ ਵਾਰਡ ਪੱਧਰ ਤੇ ਤੁਰ ਪੈਂਦੇ ਨੇ। 4 ਸਾਲ ਕੋਈ ਕਿਸੇ ਦੀ ਬਾਤ ਨਹੀਂ ਪੁੱਛਦਾ, ਕਿਸੇ ਵਰਕਰ ਦੀ ਕੋਈ ਸੁਣਵਾਈ ਨਹੀਂ, ਆਮ ਬੰਦੇ ਦੀ ਕੋਈ ਇੱਕ ਪਾਰਟੀ ਦੀ ਗੱਲ ਨਹੀਂ ਕਰਦਾ। ਸਾਰੀ ਪਾਰਟੀਆਂ ਦੇ ਇਹੀ ਹਾਲ ਆ। ਔਰ ਜਦੋਂ ਇਲੈਕਸ਼ਨ ਆਉਂਦੇ ਨੇ ਔਰ ਵੱਡੇ ਵੱਡੇ ਲੋਲੀਪੌਪ ਲੈ ਕੇ ਸਾਰੇ ਤੁਰ ਪੈਂਦੇ ਨੇ। ਕਿਹੋ ਜਿਹਾ ਪੰਜਾਬ ਚਾਹੀਦਾ ਸਿੱਧੂ ਸਾਹਿਬ? ਮਤਲਬ ਜਿਹੜਾ ਪੰਜਾਬ ਹੁਣ ਤੁਸੀਂ ਦੇਖ ਰਹੇ ਹੋ, ਤੇ ਹੁਣ ਕਿਹੋ ਜਿਹਾ ਪੰਜਾਬ ਚਾਹੀਦਾ? ਇਹ ਸਿਆਸਤ ਹਾਲੇ ਇਹੀ ਇੱਥੇ ਹੀ ਰਹੇਗੀ, ਨਾਲੀਆਂ ਵਾਲੀ ਕਿ ਸੜਕਾਂ ਪੱਕੀਆਂ ਕਰ ਦਿੱਤੀਆਂ, ਸਿਰਫ ਇੱਥੇ ਹੀ ਉਲਝਦੇ ਰਹਾਂਗੇ? ਸਰ ਸਾਡੇ ਚਾਹੇ ਐਮਐਲਏ ਨੇ, ਚਾਹੇ ਮੈਂਬਰ ਪਾਰਲੀਮੈਂਟ ਨੇ, ਚਾਹੇ ਮੰਤਰੀ ਨੇ, ਉਹ ਸਿਰਫ ਧਰਮਸ਼ਾਲਾ ਆ ਨਾਲੀਆਂ ਆ ਗਲੀਆਂ ਆ ਸੜਕਾਂ ਇੱਥੇ ਹੀ ਉਲਝਾਇਆ ਹੋਇਆ ਇਹਨਾਂ ਨੇ। ਕੋਈ ਐਜੂਕੇਸ਼ਨ ਦੀ ਗੱਲ ਕਰਦਾ, ਕੋਈ ਹੋਰ ਕੋਈ ਰੋਜ਼ਗਾਰ ਦੀ ਗੱਲ ਨਹੀਂ ਕਰਦਾ। ਤੁਹਾਨੂੰ ਅਸੀਂ ਆਹ ਫ੍ਰੀ ਦੇ ਦਾਂਗੇ, ਤੁਹਾਨੂੰ ਅਸੀਂ ਆਹ ਫ੍ਰੀ ਦੇ ਦਾਂਗੇ। ਜਦੋਂ ਇਲੈਕਸ਼ਨ ਆਉਂਦੇ ਆ ਉਦੋਂ ਪਹਾੜ ਲਗਾ ਦਿੰਦੇ ਆ ਸਾਨੂੰ। ਉਸ ਤੋਂ ਬਾਅਦ ਸਾਨੂੰ ਕਿਤੇ ਕੁਝ ਨਹੀਂ ਨਜ਼ਰ ਆਉਂਦਾ, ਕਿਉਂਕਿ ਜਿਹੜੀ ਗਰੀਬ ਦੀ ਥਾਲੀ ਆ ਉਹ ਫਿਰ ਇਲੈਕਸ਼ਨਾਂ ਤੋਂ ਬਾਅਦ ਖਾਲੀ ਹੀ ਨਜ਼ਰ ਆਉਂਦੀ ਆ। ਬਿਲਕੁਲ, ਜਿਵੇਂ ਇਹਨਾਂ ਨੇ ਕਿਹਾ ਕਿ ਗਰੀਬ ਦੀ ਥਾਲੀ ਖਾਲੀ ਨਜ਼ਰ ਆਉਂਦੀ ਹੈ। ਸਰ ਤੁਹਾਨੂੰ ਲੱਗਦਾ ਹੈ ਕਿ ਹੁਣ ਜਿਹੜੀ ਆ ਸਿਆਸਤ ਹੋਈ ਹੈ, ਕਿਸਾਨੀ ਅੰਦੋਲਨ ਨੇ,
ਕੁਝ ਸਿਆਸਤਦਾਨਾਂ ਨੂੰ ਕੁਝ ਦਿਮਾਗ 'ਚ ਪਾ ਦਿੱਤਾ ਹੋਊਗਾ ਕਿ ਹੁਣ ਚੰਗੀ ਸਿਆਸਤ ਕਰਨੀ ਸ਼ੁਰੂ ਕਰ ਦੇਣ? ਪਹਿਲਾਂ ਤਾਂ ਮੈਂ ਤੁਹਾਡਾ ਇਹ ਜਵਾਬ ਦੇਣਾ, ਤੁਸੀਂ ਪੁੱਛਿਆ ਤੁਹਾਨੂੰ ਕਿਸ ਤਰ੍ਹਾਂ ਦਾ ਪੰਜਾਬ ਚਾਹੀਦਾ, ਤੁਹਾਨੂੰ ਕਿਸ ਤਰ੍ਹਾਂ ਦੇ ਪੋਲੀਟੀਸ਼ੀਅਨ ਚਾਹੀਦੇ ਨੇ। ਸਾਨੂੰ ਬਸ ਸਿੰਪਲ ਜਿਹੇ ਪੋਲੀਟੀਸ਼ੀਅਨ ਚਾਹੀਦੇ ਨੇ ਜੋ ਅਸੀਂ ਟੈਕਸ ਦਿੰਦੇ ਹਾਂ, ਜੋ ਅਸੀਂ ਫੰਡ ਦਿੰਦੇ ਹਾਂ ਗੌਰਮੈਂਟ ਨੂੰ, ਉਹ ਇਮਾਨਦਾਰੀ ਨਾਲ ਸਾਡੇ ਲੋਕਾਂ ਦੇ ਖਰਚ ਹੋਣ, ਸਾਡੇ ਪੰਜਾਬ ਦੇ ਖਰਚ ਹੋਣ। ਅਸੀਂ ਹੋਰ ਕੀ ਉਹਨਾਂ ਤੋਂ ਕੁਝ ਵੀ ਨਹੀਂ ਚਾਹੁੰਦੇ। ਅਸੀਂ ਨਹੀਂ ਚਾਹੁੰਦੇ ਉਹ ਗਰੀਬ ਦੀ ਥਾਲੀ 'ਚ ਪਾਣ ਜਾਂ ਅਮੀਰ ਦੀ ਥਾਲੀ 'ਚ ਕੁਛ ਨਾ, ਉਹ ਬਸ ਇਮਾਨਦਾਰੀ ਨਾਲ ਆਪਣਾ ਕੰਮ ਜੋ ਅਸੀਂ ਟੈਕਸ ਦਿੰਦੇ ਹਾਂ ਉਹ ਸਾਡੇ ਪੰਜਾਬ 'ਤੇ ਖਰਚ ਕਰਨ ਅਤੇ ਪੰਜਾਬ ਨੂੰ ਵਧਾਉਣ। ਬਸ ਇਹੀ ਇੱਕ ਚੀਜ਼ ਚਾਹੁੰਦੇ ਹਾਂ ਅਸੀਂ ਆਪਣੇ ਪੋਲੀਟੀਸ਼ੀਅਨ ਤੋਂ। ਪਰ ਠੀਕ ਹੈ, ਇਹ ਕੰਮ ਅੱਜ ਕੱਲ੍ਹ ਨਹੀਂ ਹੋ ਰਿਹਾ, ਕਿਉਂਕਿ ਅੱਜ ਪੋਲੀਟੀਸ਼ੀਅਨ ਵੀ ਕਹਿੰਦੇ ਨੇ ਜਿਹੜਾ ਗੌਰਮੈਂਟ ਦਾ ਪੈਸਾ 100 ਰੁਪਏ ਚੱਲਦਾ ਹੈ ਤਾਂ 10 ਰੁਪਏ ਜਨਤਾ ਤੱਕ ਪਹੁੰਚਦਾ ਹੈ। ਬਸ ਮੈਂ ਤਾਂ ਕਹਿੰਦਾ 100 ਰੁਪਏ 'ਚੋਂ 100 ਜਨਤਾ ਤੱਕ ਪਹੁੰਚੇ ਤਾਂ ਪੰਜਾਬ ਆਪਣਾ ਵੈਸੇ ਹੀ ਸਵਰਗ ਬਣ ਜਾਊਗਾ। ਬਸ ਇਹੀ ਇੱਕ ਆਮ ਜਨਤਾ ਆਪਣੇ ਪੋਲੀਟੀਸ਼ੀਅਨ ਤੋਂ ਮੰਗਦੀ ਹੈ ਜਾਂ ਆਪਣੇ ਸਿਆਸਤਦਾਨ ਜੋ ਵੀ ਹੈ। ਖਾਲੀ ਰਹਿੰਦਾ ਪੰਜਾਬ ਦਾ ਖਜ਼ਾਨਾ ਖਾਲੀ ਕਿਉਂ ਹੈ? ਖਾਲੀ ਰਿਹਾ ਅੱਜ ਖਜ਼ਾਨਾ ਖਾਲੀ ਹੈ, ਤੁਸੀਂ ਕਹਿੰਦੇ ਹੋ ਖਜ਼ਾਨਾ ਖਾਲੀ ਹੈ। ਖਾਲੀ ਕਿਵੇਂ ਹੋਇਆ? ਟੈਕਸ ਤਾਂ ਸਾਰੀ ਦੁਨੀਆ ਦੇ ਰਹੀ ਹੈ ਨਾ। ਉਹ ਖਜ਼ਾਨਾ ਖਾਲੀ ਕਿਵੇਂ ਹੋਇਆ? ਉਹੀ ਤਾਂ ਮੈਂ ਕਹਿ ਰਿਹਾ 100 ਵਿੱਚੋਂ 90 ਤਾਂ ਖਾ ਜਾਂਦੇ ਨੇ, ਆਪਣੇ ਕੋਲ ਤਾਂ 10 ਹੀ ਪਹੁੰਚੇ। 10 ਪਹੁੰਚੇ ਨਾ, ਜੇ 100 ਦੇ 100 ਖਰਚਣਗੇ ਖਜ਼ਾਨਾ ਵੀ ਨਹੀਂ ਖਾਲੀ ਹੋਊਗਾ ਤੇ ਫੈਸਿਲਿਟੀਆਂ ਵੀ ਵਹੀ ਵਧੀਆ ਮਿਲਣਗੀਆਂ। ਤਾਂ ਫਿਰ ਇਹ ਵਾਰੀ ਜਿਹੜੀ ਬੰਨੀ ਹੋਈ ਹੈ, ਫਿਰ ਕਿਤੇ ਨਾ ਕਿਤੇ ਦੇਖੋ ਕੋਈ ਵੀ ਸਰਕਾਰ ਆਈ, ਸਰਕਾਰ ਚਾਹੇ ਬਾਦਲ ਦੀ ਸੀਗੀ, ਬਾਦਲ ਸਾਹਿਬ ਦੀ 10 ਸਾਲ ਰਾਜ ਕੀਤਾ, ਖਜ਼ਾਨਾ ਖਾਲੀ। ਕਾਂਗਰਸ ਨੇ ਰਾਜ ਕੀਤਾ, ਪਹਿਲਾਂ ਵੀ ਕੀਤਾ, ਹੁਣ ਵੀ ਖਜ਼ਾਨਾ ਖਾਲੀ। ਤਾਂ ਫਿਰ ਆਪਾਂ ਵਾਰੀਆਂ ਕਿਉਂ ਬਣਾ ਰੱਖੀਆਂ? ਤੁਸੀਂ ਮੈਨੂੰ ਨਹੀਂ ਸਮਝਾ। ਤੁਸੀਂ ਕਹਿੰਦੇ ਹੋ ਖਜ਼ਾਨਾ ਖਾਲੀ, ਮੈਂ ਮੰਨਦਾ ਖਜ਼ਾਨਾ ਖਾਲੀ। ਪੋਲੀਟੀਸ਼ੀਅਨ ਦਾ ਕਿਸੇ ਦਾ ਖਜ਼ਾਨਾ ਖਾਲੀ ਦੇਖਿਆ ਤੁਸੀਂ? ਬਿਲਕੁਲ। ਚਾਹੇ ਉਹ MLA ਹੈ, ਚਾਹੇ MP ਹੈ, ਚਾਹੇ ਜੋ ਮਰਜ਼ੀ ਪੋਸਟ 'ਤੇ ਹੈ, ਚਾਹੇ ਉਹ ਕਿਸੇ ਗੌਰਮੈਂਟ ਪੋਸਟ 'ਤੇ ਹੈ, ਤੁਸੀਂ ਅੱਜ ਤੱਕ ਕੋਈ ਖਜ਼ਾਨਾ ਖਾਲੀ ਦੇਖਿਆ? ਠੀਕ ਹੈ ਨਾ, ਉਹ ਹਮੇਸ਼ਾ ਭਰਿਆ ਹੁੰਦਾ ਨਾ। ਫਿਰ ਤੁਸੀਂ ਕਿਵੇਂ ਗੌਰਮੈਂਟ ਦਾ ਖਜ਼ਾਨਾ ਗਿਆ ਕਿੱਥੇ? ਅੱਜ ਜਿਹਦੀ 30,000 ਤਨਖਾਹ ਹੁੰਦੀ ਹੈ ਗੌਰਮੈਂਟ EMPLOYE ਦੀ, ਉਹ ਤੁਹਾਨੂੰ ਵੀ ਪਤਾ ਕਿਸ ਫੈਸਿਲਿਟੀਆਂ ਵਿੱਚ ਜੀ ਰਿਹਾ ਹੈ, ਜਾਂ ਪੋਲੀਟੀਸ਼ੀਅਨ ਜੋ ਵੀ ਚੀਜ਼ ਕਰ ਰਿਹਾ ਹੈ ਉਹਦੀ ਤਨਖਾਹ ਕਿੰਨੀ ਹੁੰਦੀ ਹੈ ਜਾਂ ਉਹਦੀ ਸੇਵਾ ਕਿੰਨੀ ਹੈ ਤੇ ਉਹਦੀ ਪ੍ਰੋਪਰਟੀ ਵਗੈਰਾ ਕਿਆ ਬੈਲੈਂਸ ਹੁੰਦਾ ਹੈ, ਉਹ ਤੁਹਾਨੂੰ ਸਭ ਪਤਾ ਹੈ। ਫਿਰ ਉਹ ਖਜ਼ਾਨਾ ਗਿਆ ਕਿੱਥੇ? ਮੈਂ ਤਾਂ ਇਹੀ ਤਾਂ ਡਿਮਾਂਡ ਕਰ ਰਿਹਾ, ਜਿਹੜਾ ਗੌਰਮੈਂਟ ਦਾ ਖਜ਼ਾਨਾ ਜਾਂ ਜਨਤਾ ਦਾ ਖਜ਼ਾਨਾ ਜਨਤਾ 'ਤੇ ਹੀ ਲੱਗੇ। ਬਸ ਇਹੀ ਆਮ ਜਨਤਾ ਚਾਹੁੰਦੀ ਹੈ। ਆਮ ਜਨਤਾ ਨਹੀਂ ਚਾਹੁੰਦੀ ਤੁਸੀਂ ਵਾਅਦਾ ਕਰੋ। ਸਾਨੂੰ ਬੋਲਣ ਵਾਲੇ ਤਾਂ ਚਾਹੀਦੇ ਹੀ ਨਹੀਂ, ਸਾਨੂੰ ਤਾਂ ਕੰਮ ਕਰਨ ਵਾਲੇ ਚਾਹੀਦੇ ਨੇ। ਸਾਨੂੰ ਤਾਂ ਪੋਲੀਟੀਸ਼ੀਅਨ ਦੋ, ਸਾਨੂੰ ਕੰਮ ਕਰਨ ਵਾਲੇ ਚਾਹੀਦੇ ਨੇ। ਅਸੀਂ ਤਾਂ ਉਹਦੇ ਕੋਲ ਜਾਣ ਦੀ ਲੋੜ ਹੀ ਨਾ ਪਵੇ ਸਾਨੂੰ। ਜੇ ਹਰ ਕੰਮ ਇਮਾਨਦਾਰੀ ਨਾਲ ਕਰੂਗਾ ਕੋਈ ਜਾਣ ਦੀ। ਤੁਸੀਂ ਸ਼ਾਇਦ ਦੇਖਿਆ ਹੋਊਗਾ, ਤੁਸੀਂ ਵੀਡੀਓ ਦੇਖੋਗੇ ਨਾ, ਕੈਨੇਡਾ ਦਾ ਪ੍ਰਧਾਨ ਮੰਤਰੀ ਆਮ ਜਨਤਾ ਨਾਲ ਐਵੇਂ ਫਿਰ ਰਿਹਾ ਹੁੰਦਾ, ਉਹਨਾਂ ਨੂੰ ਜਾਣ ਦੀ ਲੋੜ ਨਹੀਂ ਪੈਂਦੀ ਕੰਮ ਕਰਾਉਣ ਪਿੱਛੇ। ਸਾਨੂੰ ਅੱਜ ਡਿਪਾਰਟਮੈਂਟ 'ਚ ਜਾਣ ਦੀ ਲੋੜ ਪੈਂਦੀ ਹੈ ਕੰਮ ਕਰਾਉਣ ਲਈ। ਉਹਨਾਂ ਨੂੰ ਜਾਣ ਦੀ ਲੋੜ ਨਹੀਂ, ਉਹਨਾਂ ਨੂੰ ਪਤਾ ਸਾਡਾ ਇਮਾਨਦਾਰੀ ਨਾਲ ਕੰਮ ਸਾਡੇ ਕੋਲ ਪਹੁੰਚ ਜਾਂਦਾ ਹੈ। ਸਾਨੂੰ ਪਤਾ ਸਾਨੂੰ ਡਿਪਾਰਟਮੈਂਟ 'ਤੇ 10 ਚੱਕਰ ਲਾਣੇ ਪੈਣਗੇ, ਉਸ ਤੋਂ ਬਾਅਦ ਕੁਛ ਨਾ ਕੁਛ ਐਸਾ ਕਰਨਾ ਪਊਗਾ ਤਾਂ ਕਿ ਸਾਡਾ ਕੰਮ ਜਲਦੀ ਹੋ ਜੇ। ਪਰ ਆਪਾਂ ਬਾਹਰਲੇ ਮੁਲਕਾਂ ਨਾਲ ਤਾਂ ਇਹ ਕੰਪੀਟੀਸ਼ਨ ਕਰ ਹੀ ਨਹੀਂ ਰਹੇ। ਆਪਾਂ ਤਾਂ ਮੈਂ ਸੋਚਦਾ 50-60 ਸਾਲ ਪਿੱਛੇ ਆ। ਉਹਦਾ ਰੀਜ਼ਨ ਕੁਛ ਨਹੀਂ ਹੈ, ਇਹ ਨਹੀਂ ਹੈ ਕੀ ਰੀਜ਼ਨ ਹੈ ਕਿ ਆਪਣੇ ਫੰਡ ਦੀ ਯੂਟਿਲਾਈਜੇਸ਼ਨ ਹੈ ਉਹ ਵਧੀਆ ਤਰੀਕੇ ਨਾਲ ਨਹੀਂ ਹੋ ਰਹੀ। ਬਸ ਇਹੀ ਆਮ ਜਨਤਾ ਚਾਹਦੀ ਹੈ ਵੀ ਸਾਡੀ ਯੂਟਿਲਾਈਜੇਸ਼ਨ ਉਹ ਫੰਡ ਸਾਡੇ ਪੰਜਾਬ 'ਤੇ ਹੋਵੇ, ਵਪਾਰ 'ਤੇ ਹੋਵੇ ਜਾਂ ਕਿਸੇ ਵੀ ਚੀਜ਼ 'ਤੇ ਹੋਵੇ। ਉਹ 'ਚ ਐਜੂਕੇਸ਼ਨ ਮੇਰੇ ਖਿਆਲ ਪ੍ਰਾਇੋਰਟੀ ਹੋਣੀ ਚਾਹੀਦੀ ਹੈ। ਮੈਂ ਨਹੀਂ ਕਹਿੰਦਾ ਕਿਸੇ ਹੋਰ ਚੀਜ਼, ਐਜੂਕੇਸ਼ਨ ਹੋਰ ਬੜੀ ਚੀਜ਼ਾਂ ਜਿਹੜੀਆਂ ਪ੍ਰਾਇੋਰਟੀ ਹੋਣੀ ਚਾਹੀਦੀਆਂ। ਬਸ ਫੰਡ ਦੀ ਯੂਟਿਲਾਈਜੇਸ਼ਨ ਜਿੱਦਣ ਆਪਣੇ ਇੰਡੀਆ ਦੀ ਜਾਂ ਆਪਣੇ ਪੰਜਾਬ ਦੀ ਵਧੀਆ ਹੋਊਗੀ ਤਾਂ ਤੁਸੀਂ ਕਹਿੰਦੇ ਹੋ ਖਜ਼ਾਨਾ ਖਾਲੀ ਹੈ। ਮੈਂ ਕਹਿੰਦਾ ਫੈਸਿਲਿਟੀਜ਼ ਵੀ ਉਹ ਮਿਲਣਗੀਆਂ ਤਾਂ ਖਜ਼ਾਨਾ ਵੀ ਹਮੇਸ਼ਾ ਹੀ ਭਰਿਆ ਮਿਲੂਗਾ। ਬਸ ਇਹੀ ਮੈਂ ਚਾਹੁੰਦਾ। ਬਿਲਕੁਲ। ਕੀ ਨਾਮ ਤੁਹਾਡਾ ਜੀ? ਮੇਰਾ ਨਾਮ ਰਾਜਵਿੰਦਰ। ਰਾਜਵਿੰਦਰ ਜੀ, ਕੀ ਲੱਗਦਾ ਹੈ ਮਤਲਬ ਸਿਆਸਤ ਤਾਂ ਉੱਥੇ ਹੀ ਘੁੰਮੀ ਜਾਂਦੀ ਹੈ, ਤੁਹਾਨੂੰ ਲੱਗਦਾ ਹੈ ਜਿਵੇਂ ਹੁਣ ਆਪਾਂ ਜੇ ਗੱਲ ਕਰੀਏ ਮਨਿੰਦਰ ਸਿੰਘ ਸਿਰਸਾ ਦੀ, ਕੀ ਦੇਖਦੇ ਹੋ ਉਹਨਾਂ ਦਾ ਜਿਹੜਾ ਫੈਸਲਾ, ਉਹਨੂੰ ਕਿਵੇਂ ਦੇਖਦੇ ਹੋ? ਫੈਸਲਾ ਤਾਂ ਉਹਨਾਂ ਦਾ ਆਪਣਾ ਨਿੱਜੀ ਫੈਸਲਾ, ਉਸ ਦੇ ਬਾਰੇ ਤਾਂ ਮੈਂ ਕੋਈ ਵੀ ਟਿੱਪਣੀ ਨਹੀਂ ਕਰੂੰਗਾ। ਪਰ ਮੈਂ ਜ਼ਰੂਰ ਕਹੂੰਗਾ ਵੀ ਜਿਹੜੀਆਂ ਸਿਆਸਤ ਜਿਹੜੀ ਆ ਮੁੱਦਿਆਂ ਦੀ ਸਿਆਸਤ ਹੋਣੀ ਚਾਹੀਦੀ ਹੈ। ਸਭ ਤੋਂ ਪਹਿਲਾਂ ਤਾਂ ਜੇ ਅਸੀਂ ਕਰੀਏ ਗੱਲ ਰੁਜ਼ਗਾਰ ਦੀ ਜਾਂ ਸਿੱਖਿਆ ਦੀ ਜਾਂ ਹੈਲਥ ਦੀ, ਬਸ ਅਸੀਂ ਤਾਂ ਇਹ ਕਹਿੰਦੇ ਹਾਂ ਵੀ ਜੇ ਹਰੇਕ ਬੰਦੇ ਕੋਲ ਰੁਜ਼ਗਾਰ ਹੋਵੇ ਅਤੇ ਜਾਂ ਸਿੱਖਿਆ ਜਿਹੜੀ ਇਹ ਲੋਕ ਜਿਹੜੀਆਂ ਬਾਕੀ ਚੀਜ਼ਾਂ ਫ੍ਰੀ ਦੇ ਰਹੇ ਨੇ ਉਹਦੇ ਨਾਲ ਸਿੱਖਿਆ ਫ੍ਰੀ ਦੇਣ ਜਾਂ ਮੈਡੀਕਲ ਸੁਵਿਧਾਵਾਂ ਜਿਹੜੀਆਂ ਲੋਕਾਂ ਨੂੰ ਸਹੀ ਮਿਲਣ ਜਾਂ ਫ੍ਰੀ ਮਿਲਣ, ਤਾਂ ਬੰਦਾ ਕੋਈ ਵੀ ਬੰਦਾ ਜਿਹੜਾ ਵਾ ਮਤਲਬ ਉਹਨੂੰ ਕਿਸੇ ਦੇ ਅੱਗੇ ਹੱਥ ਅੱਡਣਾ ਹੀ ਨਹੀਂ ਪਊਗਾ। ਕਿਉਂਕਿ ਜਿਹੜੀ ਹੁਣ ਜੇ ਲੋਕ ਪੜ੍ਹਨ ਵਾਸਤੇ, ਜਿਹੜੇ ਲੋਕ ਪੜ੍ਹ ਕੇ ਵੀ ਜਿਹੜੇ ਬੇਕਾਰ ਰਹਿੰਦੇ ਨੇ ਜਾਂ ਪੜ੍ਹਨ ਵਾਸਤੇ ਜਿਹੜੇ ਬਾਹਰ ਜਾਂਦੇ ਨੇ, ਜਦੋਂ ਉਹਨਾਂ ਨੂੰ ਸੁਵਿਧਾਵਾਂ ਮਿਲਣ ਲੱਗ ਗਈਆਂ ਤਾਂ ਸਾਡਾ ਜਿਹੜਾ ਦੇਸ਼ ਆ ਉਹ ਵਾਪਸ ਜਿਹੜਾ ਫਿਰ ਪੰਜਾਬ ਆ ਜਿਹੜਾ ਉਹ ਸੋਨੇ ਦੀ ਜਿਹੜੀ ਚਿੜੀ ਆ ਫਿਰ ਬਣ ਜੂਗਾ। ਉਹਨਾਂ ਨੇ ਕਿਹਾ ਸੋਨੇ ਦੀ ਚਿੜੀ ਬਣ ਜੂਗਾ। ਤੁਹਾਨੂੰ ਲੱਗਦਾ ਹੈ ਕਿ ਇੱਥੇ ਆਪਾਂ ਸਿਰਫ ਵੋਟ ਤੇ ਨੋਟ ਦੇ ਵਿੱਚ ਹੀ ਰਹਿ ਗਏ ਹਾਂ? ਜਦੋਂ ਵੋਟਾਂ ਆਉਂਦੀਆਂ ਤਾਂ ਨੋਟਾਂ ਦੇ ਹਿਸਾਬ ਨਾਲ ਐ ਸੋਨੇ ਦੀ ਚਿੜੀ ਬਣ ਸਕਦਾ ਤੁਹਾਡੇ ਸਾਹਮਣੇ? ਇਸ ਤਰ੍ਹਾਂ ਜਦੋਂ ਤੱਕ ਸਾਡੀ ਜਿਹੜੀ ਲੀਡਰਸ਼ਿਪ ਹੈ ਜਾਂ ਜੋ ਸਾਡੇ ਰਾਜਨੀਤਿਕ ਬੰਦੇ ਨੇ ਜਾਂ ਜੋ ਸਾਡੇ ਲੀਡਰ ਹੁੰਦੇ ਨੇ, ਠੀਕ ਹੈ ਨਾ, MLA ਜਾਂ MP ਬਣਦੇ ਨੇ, ਸਾਡੀਆਂ ਚੁਣੀਆਂ ਸਰਕਾਰਾਂ ਹੁੰਦੀਆਂ ਨੇ, ਜਦ ਤੱਕ ਉਹ ਧਿਆਨਦਾਰ ਨਹੀਂ ਹੋਣਗੇ, ਕਿਉਂ ਜੋ ਕੁਝ ਮੈਂ ਪਹਿਲਾਂ ਸੁਣਿਆ ਅਤੇ ਬਹੁਤ ਡਿਟੇਲ ਵੀ ਦੱਸਿਆ, ਅਤੇ ਉਹਦੇ 'ਚ ਇਸ ਤਰ੍ਹਾਂ ਕਿ ਜਦੋਂ ਅਸੀਂ ਕਹਿੰਦੇ ਹਾਂ ਕਿ ਸਾਡਾ ਖਜ਼ਾਨਾ ਖਾਲੀ ਹੈ, ਖਜ਼ਾਨਾ ਖਾਲੀ ਕਿੱਦਾਂ ਹੁੰਦਾ ਜਦ ਹਰ ਇੱਕ ਬੰਦਾ ਆਪਣੇ ਆਪਣੇ ਐਂਡ 'ਤੇ ਸਾਨੂੰ ਕਿੰਨੇ ਟੈਕਸ ਦੇਣੇ ਪੈਂਦੇ ਨੇ,
ਠੀਕ ਹੈ ਨਾ। ਸਵੇਰ ਦੀ ਦਿਨਚਰਿਆ ਵਿੱਚ ਅਸੀਂ ਕਿੰਨੇ ਟੈਕਸ ਦਿੰਦੇ ਆ, ਜਿਹੜੇ ਅਸੀਂ ਘਰ ਵਰਤੋਂ ਲੈਂਦੇ ਹਾਂ ਉਹਨਾਂ ਦੇ ਵਿੱਚ ਟੈਕਸ ਦਿੰਦੇ ਆ, ਪਰ ਉਹ ਫੰਡ ਕਿੱਥੇ ਜਾਂਦੇ ਨੇ, ਉਹਨਾਂ ਦਾ ਮਿਸਯੂਜ਼ ਹੁੰਦਾ ਹੈ। ਜੇ ਉਹਨਾਂ ਦਾ ਮਿਸਯੂਜ਼ ਨਾ ਹੋਵੇ, ਉਹਨਾਂ ਨੂੰ ਪ੍ਰੋਪਰਲੀ ਵਰਤਿਆ ਜਾਵੇ। ਮੈਂ ਕਹਿੰਦਾ ਜਿਹੜੀਆਂ ਮੁੱਢਲੀਆਂ ਸਹੂਲਤਾਂ ਨੇ ਉਹਦੇ ਵਿੱਚ ਹੈਗਾ ਇੱਕ ਐਜੂਕੇਸ਼ਨ, ਇੱਕ ਮੈਡੀਕਲ ਔਰ ਇੱਕ ਰੁਜ਼ਗਾਰ। ਜਦੋਂ ਇਹ ਤਿੰਨ ਚੀਜ਼ਾਂ ਲੋਕਾਂ ਨੂੰ ਹਿਸਾਬ ਨਾਲ ਮੁਹੱਈਆ ਹੋਣਗੀਆਂ, ਜਦੋਂ ਜਿਹੜੇ ਫੰਡਸ ਨੇ ਕਲੈਕਟ ਕੀਤੇ ਜਾਂਦੇ ਨੇ ਉਹਨਾਂ ਦੀ ਪ੍ਰੋਪਰ ਯੂਟਿਲਾਈਜੇਸ਼ਨ ਹੋਏਗੀ, ਤਾਂ ਨੇਚਰਲੀ ਹੈ ਕਿ ਇੱਕ ਆਉਣ ਵਾਲੇ ਸਮੇਂ ਵਿੱਚ ਚੇਂਜ ਆਏਗੀ, ਅਗਰ ਕੋਈ ਓਨੈਸਟ ਸਰਕਾਰ ਆਉਂਦੀ ਹੈ ਤਾਂ। ਗੱਲ ਹੋ ਰਹੀ ਹੈ ਓਨੈਸਟ ਸਰਕਾਰ, ਇਹ ਤਾਂ ਸਭ ਤੋਂ ਵੱਡਾ ਮੁੱਦਾ ਹੈ। ਓਨੈਸਟ ਸਰਕਾਰ, ਤੁਹਾਨੂੰ ਲੱਗਦਾ ਅੱਜ ਤੱਕ ਪੰਜਾਬ ਨੂੰ ਕੋਈ ਓਨੈਸਟ ਸਰਕਾਰ ਮਿਲੀ ਹੈ? ਹੋਨੈਸਟ ਸਰਕਾਰ ਆ ਹੀ ਨਹੀਂ ਸਕਦੀ ਸਰ। ਲੋਕਾਂ ਦੇ ਨਾ ਇੱਥੇ ਖੂਨ ਦੇ ਵਿੱਚ ਇਹ ਚੀਜ਼ ਭ੍ਰਿਸ਼ਟਾਚਾਰ ਵਸ ਚੁੱਕਿਆ। ਜਿਹੜੇ ਮਿਨਿਸਟਰ ਸਾਡੇ ਆ ਮੇਨ ਤਾਂ ਉਹਨਾਂ ਦੇ ਹੀ ਵਸ ਚੁੱਕਿਆ। ਸਾਰੇ ਲੋਕ ਚਾਹੁੰਦੇ ਆ ਵੀ ਕੰਮ ਸਾਡੇ ਹਿਸਾਬ ਨਾਲ ਹੋਏ, ਔਰ ਮਿਨਿਸਟਰ ਜਿਹੜੇ ਆ ਉਹ ਇਸ ਹਿਸਾਬ ਨਾਲ ਕੰਮ ਕਰਦੇ ਹੀ ਨਹੀਂ। ਸ਼ੁਰੂ ਤੋਂ ਹੁਣ ਤੱਕ ਚਾਹੇ ਕਾਂਗਰਸ ਸਰਕਾਰ ਆਈ ਚਾਹੇ ਅਕਾਲੀ, ਲੋਕ ਸੇਵਾ ਕਾਹਦੀ ਲੋਕ ਸੇਵਾ? ਕੋਈ ਲੋਕ ਸੇਵਾ ਕਰਨ ਵਾਲਾ ਅੱਜ ਤੱਕ ਆਇਆ? ਸਾਰੇ ਖਾਣ ਵਾਲੇ ਆਏ, ਕਿਸੇ ਨੇ ਕੁਝ ਨਹੀਂ ਕੀਤਾ ਜੀ। ਸੋ ਮੈਂ ਚਾਹੁੰਦਾ ਵੀ ਸਾਨੂੰ ਇਦਾਂ ਦੇ ਮਿਨਿਸਟਰ ਅੱਗੇ ਲਿਆਉਣੇ ਚਾਹੀਦੇ ਆ, ਇਦਾਂ ਦੇ ਲੋਕ ਪਾਰਟੀ ਇਦਾਂ ਦੀ ਅੱਗੇ ਲਿਆਉਣੀ ਚਾਹੀਦੀ ਆ ਜਿਹੜੀ ਲੋਕਾਂ ਲਈ ਕੁਝ ਕਰੇ। ਕੀ ਆਪਾਂ ਇਹ ਚਾਹੁੰਦੇ ਆ ਵੀ ਸਾਡੇ ਲਈ ਬਿਜਲੀ ਮਾਫ ਕਰਤੀ ਜਾਂ ਕੁਝ ਅਨਾਜ ਫ੍ਰੀ ਦੇ ਦਿੱਤਾ ਲੋਕਾਂ ਨੂੰ? ਕੀ ਇਹਦੇ ਨਾਲ ਸਾਡਾ ਜਿਹੜਾ ਸਿਸਟਮ ਹੈ ਠੀਕ ਹੋ ਜਾਊਗਾ ਜੀ? ਕਦੀ ਵੀ ਨਹੀਂ ਹੋ ਸਕਦਾ। ਸਗੋਂ ਲੋਕ ਵਿਹਲੇ ਰਹਿਣਗੇ। ਜਿਨ੍ਹਾਂ ਨੂੰ ਬਿਜਲੀ ਫ੍ਰੀ ਮਿਲੂਗੀ, ਜਿਨ੍ਹਾਂ ਨੂੰ ਅਨਾਜ ਫ੍ਰੀ ਮਿਲੂਗਾ, ਜਿਨ੍ਹਾਂ ਨੂੰ ਭੱਤੇ ਮਿਲਣਗੇ, ਉਹ ਕੰਮ ਕਰਨਗੇ। ਇਹ ਤਾਂ ਲਾਚਾਰ ਕਰ ਰਹੇ ਆ ਸਗੋਂ ਲੋਕਾਂ ਨੂੰ। ਮੈਂ ਚਾਹੁੰਦਾ ਕਿ ਇਦਾਂ ਦਾ ਕੰਮ ਹੋਣਾ ਹੀ ਨਹੀਂ ਚਾਹੀਦਾ ਬਿਲਕੁਲ। ਕਿਉਂ ਲੋਕਾਂ ਨੂੰ ਇਹ ਆਸ਼ਵਾਸਨ ਦਿੱਤਾ ਜਾ ਰਿਹਾ ਕਿ ਤੁਹਾਨੂੰ ਅਨਾਜ ਦਾਂਗੇ, ਤੁਹਾਨੂੰ ਇਹ ਨੌਕਰੀਆਂ ਦਾਂਗੇ, ਇਹ ਕਰਾਂਗੇ, ਦਿੰਦੇ ਕੁਝ ਵੀ ਨਹੀਂ। ਬਿਲਕੁਲ ਫ੍ਰੀ ਕੁਝ ਨਹੀਂ ਚਾਹੀਦਾ ਫ੍ਰੀ ਕੁਝ ਨਹੀਂ, ਸਾਨੂੰ ਫ੍ਰੀ ਕੁਝ ਨਹੀਂ ਚਾਹੀਦਾ ਬਿਲਕੁਲ। ਸਾਡੇ ਜੇ ਲਿਆਉਣਾ ਤਾਂ ਮੈਡੀਕਲ ਲਿਆਓ, ਰੋਜ਼ਗਾਰ ਲਿਆਓ, ਵੱਡੇ ਵੱਡੇ ਯੂਨਿਟ ਲੱਗਣ ਇੱਥੇ, ਹੈ ਨਾ, ਰੋਜ਼ਗਾਰ ਮਿਲੇ ਲੋਕਾਂ ਨੂੰ। ਪਰ ਇੱਕ ਚੀਜ਼ ਇਹਦੇ 'ਚ ਇੱਕ ਹੋਰ ਹੈ, ਤੁਹਾਨੂੰ ਲੱਗਦਾ ਕਿ ਇਮਾਨਦਾਰ ਸਿਆਸਤਦਾਨ ਹੈ ਤਾਂ ਉਹ ਸਿਆਸਤ ਕਰਨਾ ਹੀ ਨਹੀਂ ਚਾਹੁੰਦਾ? ਕਿਉਂ ਕਹਿੰਦੇ ਨੇ ਵੀ ਜਦੋਂ ਆਪਾਂ ਕਹਿੰਦੇ ਆ ਵੀ ਸਿਆਸਤ ਕਰਨੀ, ਅਗਲਾ ਹੱਥ ਜੋੜ ਦਿੰਦਾ, ਕਹਿੰਦਾ ਯਾਰ ਹੋਰ ਕੋਈ ਕੰਮ ਕਰਾ ਲਾ। ਇੰਨਾ ਸਿਆਸਤਦਾਨਾਂ ਨੇ ਸਿਆਸਤ ਨੂੰ ਇੰਨਾ ਮਾੜਾ ਕਰਕੇ ਇੱਕ ਪਿਕਚਰਾਈਜ਼ ਕਰ ਦਿੱਤਾ, ਤਾਂ ਹੀ ਤਾਂ ਸ਼ਾਇਦ ਪੀੜ੍ਹੀ ਅਗਲੀ ਤਿਆਰ ਹੋ ਜਾਂਦੀ ਹੈ। ਅੱਜ ਜਿਹੜੇ ਇੱਥੇ ਐਮਐਲਏ ਨੇ, ਉਹਦਾ ਮੁੰਡਾ ਅਗਲਾ ਤਿਆਰ ਹੈ, ਉਹ ਕਦੀ ਨਹੀਂ ਚਾਹੁੰਦਾ ਵੀ ਹੋਰ ਕਿਸੇ ਘਰ ਦਾ ਐਮਐਲਏ ਬਣ ਜਾਏ ਜਾਂ ਹੋਰ ਮੇਰਾ ਕੋਈ ਵਰਕਰ ਹੈ, ਚਾਹੇ ਉਹਨੇ ਕਿੰਨਾ ਮਰਜ਼ੀ ਕੰਮ ਕੀਤਾ ਹੋਵੇ। ਕੋਈ ਇਮਾਨਦਾਰ ਤਾਂ ਕਦੀ ਵੀ ਨਹੀਂ ਉਹ ਪ੍ਰੋਜੈਕਟ ਕਰਦਾ। ਐਕਚੁਅਲ ਪਤਾ ਕੀ ਹੈ ਜੀ ਕਿ ਸਾਡੇ, ਮੈਂ ਤੁਹਾਨੂੰ ਇੱਕ ਗੱਲ ਕਿਹਾ ਕਿ ਖੂਨ 'ਚ ਵੜ ਚੁੱਕਿਆ। ਇਹਨੂੰ ਕੱਢਣਾ ਪਊਗਾ ਲੋਕਾਂ ਨੂੰ। ਜਿਹੜੇ ਪੜ੍ਹੇ ਲਿਖੇ ਲੋਕ ਆ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਅਸੀਂ ਵੋਟ ਪਾ ਰਹੇ, ਕਿਸ ਬੰਦੇ ਨੂੰ ਵੋਟ ਪਾ ਰਹੇ ਹਾਂ। ਵੋਟ ਪਾਉਣ ਤੋਂ ਪਹਿਲਾਂ ਸੋਚੋ ਕਿ ਇਹ ਬੰਦਾ ਇਮਾਨਦਾਰ ਹੈ, ਇਹਨੂੰ ਵੋਟ ਪਾਓ। ਇੱਕ ਮੌਕਾ ਦਿਓ ਅਗਲੇ ਨੂੰ ਕਿ ਨਵਾਂ ਬੰਦਾ ਆਏ, ਨਵਾਂ ਬੰਦਾ ਆ ਕੇ ਕੰਮ ਕਰੇ। ਜਿੰਨੇ ਪੁਰਾਣੇ ਆ ਉਹਨਾਂ ਨੂੰ ਤਾਂ ਆਪਾਂ ਦੇਖ ਹੀ ਚੁੱਕੇ ਹਾਂ। ਨਵੇਂ ਬੰਦੇ ਨੂੰ, ਕਿਸੇ ਨਵੀਂ ਪਾਰਟੀ ਨੂੰ ਵੋਟ ਦਿਓ, ਉਹਨੂੰ ਦੇਖੋ 5 ਸਾਲਾਂ 'ਚ ਉਹ ਕੀ ਕਰਦਾ। ਨਹੀਂ, ਹੁਣ ਇੱਥੇ ਗੱਲ ਹੈ ਪਾਰਟੀ ਨੂੰ ਵੋਟ ਦੇਣੀ ਚਾਹੀਦੀ ਹੈ ਨਹੀਂ, ਕਿਰਦਾਰ ਨੂੰ? ਨਹੀਂ, ਕਿਰਦਾਰ ਨੂੰ। ਮੇਰੇ ਹਿਸਾਬ ਨਾਲ ਕਿਰਦਾਰ ਨੂੰ ਵੋਟ ਦੇਣੀ ਚਾਹੀਦੀ ਹੈ ਜੀ। ਜਿਹੜਾ ਤੁਹਾਨੂੰ ਲੱਗੇ ਕਿ ਇਮਾਨਦਾਰ ਆ, ਉਹਦਾ ਪਿਛੋਕੜ ਇਮਾਨਦਾਰ ਆ, ਪਹਿਲਾਂ ਚੈੱਕ ਕਰੋ। ਆਪਾਂ ਪੜ੍ਹੇ ਲਿਖੇ ਆ, ਹਰ ਚੀਜ਼ ਆਪਾਂ ਨੂੰ ਪਤਾ ਕਿ ਬੰਦਾ ਕਿੱਦਾਂ ਦਾ, ਇਹਨੇ ਕੀ ਕੀਤਾ ਲੋਕਾਂ ਲਈ, ਇਹਨੇ ਕੋਈ ਲੋਕ ਭਲਾਈ ਦਾ ਕੰਮ ਕੀਤਾ। ਅੱਜ ਆ ਕੇ ਸਾਨੂੰ ਆਸ਼ਵਾਸਨ ਦੇ ਦਿੱਤਾ ਕਿ ਆਹ ਚੀਜ਼ ਬਣਾ ਦਾਂਗੇ ਜੀ, ਉਹ ਚੀਜ਼ ਕਰ ਦਾਂਗੇ। ਬਣਾਈ ਤਾਂ ਕਿਸੇ ਨੇ ਨੀਂਹ ਪੱਥਰ ਰੱਖ ਕੇ ਚਲੇ ਗਏ, ਕੁਝ ਹੋਇਆ? 5 ਸਾਲ 'ਚ 5 ਸਾਲ ਸਰਕਾਰ ਰਹੀ, ਕੁਝ ਬਣਿਆ ਜੀ? ਸੜਕਾਂ ਤੱਕ ਹੀ ਰਹਿ ਗਏ ਬਸ। ਕੋਈ ਚੀਜ਼ ਇਹਨਾਂ ਨੇ ਲਿਆਂਦੀ, ਲੁਧਿਆਣਾ ਕਹਿੰਦਾ ਸਮਾਰਟ ਸਿਟੀ। ਕਿੱਥੇ ਸਮਾਰਟ ਸਿਟੀ ਦਿਖਦਾ ਜੀ ਤੁਹਾਨੂੰ? ਕਿਸੇ ਏਰੀਏ 'ਚ ਦਿਖਾਓ ਵੀ ਇੱਥੇ ਸਮਾਰਟ ਸਿਟੀ ਦਿਖ ਰਿਹਾ। ਸਭ ਪੈਸੇ ਖਾ ਗਏ। ਤੁਹਾਨੂੰ ਲੱਗਦਾ ਹੈ ਕਿ ਅਗਰ ਕਿਸਾਨੀ ਅੰਦੋਲਨ ਦਾ ਹੋਣ ਵਾਲੀ ਮਤਲਬ ਚੁਣਾਵ ਤੇ ਅਸਰ ਹੋਏਗਾ? ਜਿਹੜਾ ਕਿਸਾਨੀ ਅੰਦੋਲਨ ਚੱਲਿਆ ਤੇ ਉਹ ਸਾਰੀ ਚੀਜ਼ਾਂ, ਉਹਦਾ ਚੁਣਾਵ ਤੇ ਅਸਰ ਹੋਊਗਾ? ਬਿਲਕੁਲ ਹੋਊਗਾ ਜੀ ਮੇਰੇ ਹਿਸਾਬ ਨਾਲ। ਤੇ ਅਗਰ ਮੈਂ ਤੁਹਾਨੂੰ ਇਹ ਕਹਾਂ ਕਿ ਅਗਰ ਇਹ ਚੁਣਾਵੀ ਅੰਦੋਲਨ, ਕਿਸਾਨੀ ਅੰਦੋਲਨ ਨਾ ਹੁੰਦਾ ਤਾਂ ਕੀ ਬੀਜੇਪੀ ਦਾ ਇਸ ਟਾਈਮ ਸਰੂਪ ਕੋਈ ਵੱਖ ਹੁੰਦਾ? ਹੋ ਸਕਦਾ ਸੀ ਕਿ ਉਹ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਹੁੰਦੀ ਪੰਜਾਬ ਦੇ ਵਿੱਚ? ਮੈਨੂੰ ਤਾਂ ਇਹ ਲੱਗ ਰਿਹਾ ਜੀ ਕਿ ਜੇ ਸਪੋਰਟ ਕਰਦੇ, ਕਿਸਾਨਾਂ ਦੇ ਖਿਲਾਫ ਨਾ ਜਾਂਦੇ, ਤਾਂ ਜ਼ਰੂਰ ਇਹਨਾਂ ਦਾ ਕੁਛ ਨਾ ਕੁਛ, ਸ਼ਹਿਰੀ ਵੋਟ ਤਾਂ ਇਹਨਾਂ ਦੀ ਹੈਗੀ ਸੀ। ਪਰ ਹੁਣ ਮੈਨੂੰ ਜੋ ਲੱਗ ਰਿਹਾ ਜੀ ਕਿ ਲੋਕੀ ਕਿਸਾਨਾਂ ਦੇ ਨਾਲ ਆ, ਇਹਦਾ ਥੋੜਾ ਜਿਹਾ ਉਲਟਾ ਉਹਨਾਂ ਨੂੰ ਫਰਕ ਤਾਂ ਪਏਗਾ ਹੀ। ਫਰਕ ਤਾਂ ਪਏਗਾ। ਹਾਂਜੀ, ਬਿਲਕੁਲ ਫਰਕ ਪਏਗਾ। ਕਿਵੇਂ ਲੱਗਦਾ ਤੁਹਾਨੂੰ ਕਿ ਹੋਰ ਇਹੋ ਜਿਹੀ ਕਿਹੜੀ ਚੀਜ਼ ਹੈ? ਕਿਉਂਕਿ ਇੱਥੇ ਸਭ ਤੋਂ ਵੱਡਾ ਜਿਹੜਾ ਇਸ ਟਾਈਮ ਦੁੱਖ ਇਹ ਹੈ ਕਿ ਜਿਵੇਂ ਹੀ ਬੱਚਾ 10th ਪਾਸ ਕਰਦਾ ਹੈ, ਹੁਣ ਤਾਂ 10th ਤੇ ਹੀ ਆ ਗਏ ਹੈ,
ਪਹਿਲਾਂ +2 ਤੋਂ ਬਾਅਦ ਬਾਹਰ ਜਾਂਦਾ ਸੀ ਵੀ ਕੈਨੇਡਾ ਦਾ ਨਾਮ ਆ ਜਾਣਾ ਸ਼ੁਰੂ ਹੋ ਜਾਂਦਾ ਸੀ। ਹੁਣ ਤਾਂ 10ਵੀਂ ਤੋਂ ਬਾਅਦ ਹੀ ਸ਼ੁਰੂ ਹੋ ਜਾਂਦਾ ਕਿ ਅੱਛਾ ਆਈਲੈਟਸ ਕਰ ਲਾ, +1 +2 ਬਾਹਰ ਦਾ ਜਹਾਜ਼ ਦਿਖਣ ਲੱਗ ਜਾਂਦਾ। ਚਾਹੇ ਇੱਥੇ ਕਿੰਨਾ ਹੀ ਬੰਦਾ ਪਹਿਲਾਂ ਹੁੰਦਾ ਸੀਗਾ ਕਿ ਕੋਈ ਗਰੀਬ ਘਰ ਮਤਲਬ ਅਗਲਾ ਕਿੱਲਾ ਵੇਚ ਕੇ ਆਪਦੇ ਮੁੰਡੇ ਨੂੰ ਘਰ ਦੇ ਰੋਜ਼ਗਾਰ ਵਾਸਤੇ ਭੇਜਦਾ ਸੀ, ਪਰ ਹੁਣ ਤਾਂ ਚੰਗੇ ਸਰਮਾਏਦਾਰ ਵੀ ਘਰ ਉਹ ਵੀ ਸਾਰੇ ਬਾਹਰ ਸੈਟਲ ਹੋਣ ਦੀ ਜਾ ਰਹੇ। ਤੁਹਾਨੂੰ ਕਿਵੇਂ ਦੇਖਦੇ ਹੋ? ਸਰ ਜਿੱਦਾਂ ਹੁਣ ਅਰੋੜਾ ਅੰਕਲ ਨੇ ਕਿਹਾ ਕਿ ਸਾਨੂੰ ਕੁਝ ਫ੍ਰੀ ਨਹੀਂ ਚਾਹੀਦਾ, ਉਹ ਸਹੀ ਗੱਲ ਹੈ ਕਿ ਆਪਾਂ ਨੂੰ ਕੋਈ ਚੀਜ਼ ਵੀ ਫ੍ਰੀ ਨਹੀਂ ਚਾਹੀਦੀ। ਤੁਸੀਂ ਇੱਕ ਨਿਊਟਰਲਾਈਜ਼ ਚਾਰਜ ਰੱਖੋ, ਸਭ ਲਈ ਉਹ ਹੋਣਾ ਚਾਹੀਦਾ, ਭਾਵੇਂ ਉਹ ਐਜੂਕੇਸ਼ਨ ਹੈ, ਭਾਵੇਂ ਉਹ ਕੰਸਟਰਕਸ਼ਨ ਹੈ, ਭਾਵੇਂ ਕੁਝ ਵੀ ਹੈ। ਅੱਜ ਦੇ ਟਾਈਮ ਬੱਚਾ ਵੱਡਾ ਹੁੰਦਾ, ਮਾਂ ਪਿਓ ਨੂੰ ਸਭ ਤੋਂ ਪਹਿਲੇ ਟੈਨਸ਼ਨ ਕੀ ਹੁੰਦੀ ਹੈ, ਯਾਰ ਇਹਨੂੰ ਸੈੱਟ ਕਰਨਾ, ਸੈੱਟ ਨਹੀਂ ਕਰਾਂਗੇ ਵਿਆਹ ਨਹੀਂ ਹੋਊਗਾ, ਸੋਸਾਇਟੀ 'ਚ ਉਹਦੀ ਰੈਪੂਟੇਸ਼ਨ ਕਿੱਦਾਂ ਬਣੂਗੀ, ਕਿ ਸਾਰੇ ਫੈਕਟਰਸ ਆ ਜਾਂਦੇ ਆ। ਹੁਣ ਜਦੋਂ ਅਸੀਂ ਕੰਮ ਕਰਨ ਜਾਂਦੇ ਹਾਂ ਇੱਥੇ ਡਿਫਿਕਲਟੀਜ਼ ਹੀ ਬਹੁਤ ਆ ਜਾਂਦੀ ਹੈ। ਡਿਫਿਕਲਟੀ ਕੀ ਆਉਂਦੀ ਹੈ ਜੀ, ਪਹਿਲੇ ਤਾਂ ਰੈਂਟ, ਮਿਊਨਿਸਪਲ ਕਾਰਪੋਰੇਸ਼ਨ 'ਚ ਰੈਂਟ ਦੀ ਵੈਲਿਊ ਕੁਝ ਹੋਰ ਹੁੰਦੀ ਹੈ, ਮਾਰਕੀਟਾਂ 'ਚ ਰੈਂਟ ਦੀ ਵੈਲਿਊ ਕੁਝ ਹੋਰ ਚੱਲ ਰਹੀ ਹੁੰਦੀ ਹੈ। ਉਸ ਤੋਂ ਬਾਅਦ ਚਲੋ ਬੰਦਾ ਉਹ ਵੀ ਚੀਜ਼ ਤੋਂ ਨਿਕਲ ਜਾਂਦਾ। ਉਸ ਤੋਂ ਬਾਅਦ ਕਈ ਹੋਰ ਪ੍ਰੋਬਲਮਸ ਆ ਜਿਹੜੀ ਐਟ ਦਾ ਟਾਈਮ ਆਫ ਬਹੁਤ ਆਉਂਦੀ ਹੈ। ਹੁਣ ਮੈਂ ਬਾਹਰ ਲਗਾ ਕੇ ਆਇਆ, ਮੈਂ ਸਾਲ ਲਗਾ ਕੇ ਆਇਆ। ਮੈਂ ਕਹਿੰਦਾ ਕਿੱਥੇ ਗਏ ਸੀ ਤੁਸੀਂ? ਮੈਂ ਕੈਨੇਡਾ ਗਿਆ ਸੀਗਾ, ਬਟ ਮੈਂ ਗਿਆ ਤਾਂ ਸੈਟਲ ਹੋਣ ਵਾਸਤੇ ਸੀਗਾ, ਬਟ ਕਹਿ ਲਓ ਇੱਕ ਕਰਮ ਕਹਿ ਲਓ ਜਾਂ ਕਹਿ ਲਓ ਕਿ ਇੱਕ ਪਿਆਰ ਸੀਗਾ ਆਪਣੀ ਧਰਤੀ ਨਾਲ, ਕਿ ਮੈਂ ਜਾਣਾ ਨਹੀਂ। ਮੇਰੇ ਪਾਪਾ ਅੱਜ ਵੀ ਕਹਿੰਦੇ ਆ ਕਿ ਤੂੰ ਬਾਹਰ ਚਲ ਜਾ, ਇੱਥੇ ਟੈਨਸ਼ਨ ਬਹੁਤ ਹੈਗੀ ਹੈ। ਬਟ ਸੀਰੀਅਸਲੀ ਉੱਥੇ ਆਪਾਂ ਇੱਕ ਜੌਬ ਕਰਦੇ ਆ ਨਾ, ਉੱਥੇ ਸਾਨੂੰ ਨਾ $13 ਮਿਲਦੇ ਆ ਪਰ ਘੰਟੇ ਦੇ, ਬਟ ਉੱਥੇ $13 ਘੰਟੇ ਦੇ ਲੈ ਕੇ ਅਸੀਂ ਬਹੁਤ ਖੁਸ਼ ਹਾਂ। ਕਿਉਂ? ਉੱਥੇ ਸਾਨੂੰ ਪਤਾ ਹੁੰਦਾ ਯਾਰ 50 ਰੁਪਏ ਪਾਣੀ ਦੇ ਦੇਤੇ, 100 ਰੁਪਏ ਰੈਂਟ ਦੇਤਾ, ਡਾਲਰ ਇੱਦਾਂ ਚਾਰਜਸ ਕੱਟ ਕੁੱਟ ਕੇ ਆਪਣੇ ਕੋਲ ਸ਼ਾਮ ਨੂੰ ਮਤਲਬ ਐਟ ਦਾ ਐਂਡ ਆਫ ਮੰਥ $800 ਬਚਣਾ। ਸੋਸ਼ਲ ਸਿਕਿਉਰਿਟੀ ਵੀ ਹੈ ਨਾ। ਸੋਸ਼ਲ ਉੱਤੇ ਭਾਜੀ ਮੈਂ ਕਹਿੰਦਾ ਬੱਟਾ ਲੱਗੇ ਨਾ 1 ਮਿੰਟ 'ਚ ਐਂਬੂਲੈਂਸ ਆਉਂਦੀ ਹੈ। ਔਰ ਤੁਸੀਂ ਹਸਪੀਟਲ ਜਾਓ, ਉਹ ਆ ਨਹੀਂ ਕਹਿੰਦੇ ਫਾਰਮ ਭਰੋ ਆਪ ਕਰੋ, ਉਹ ਕਹਿੰਦੇ ਪਹਿਲੇ ਪੇਸ਼ੈਂਟ ਨੂੰ ਬਚਾਓ, ਬਾਅਦ 'ਚੋਂ ਦੇਖਾਂਗੇ ਕਿ ਕੀ ਅੱਗੇ ਕਾਰਵਾਈ ਕਰਨੀ ਹੈ, ਕਿ ਇਹਦਾ ਮੈਡੀਕਲ ਬਿੱਲ ਲੱਗਦਾ ਪਿਆ ਕਿ ਨਹੀਂ ਲੱਗਦਾ ਪਿਆ। ਚਲੋ ਇਹ ਤਾਂ ਚੀਜ਼ਾਂ ਹੋ ਗਈ ਅਲੱਗ। ਹੁਣ ਤੁਸੀਂ ਉਹਨੇ ਕਹਿ ਰਹੇ ਸੀਗੇ ਕਿ ਜੇ ਤਾਂ ਬੰਦੇ ਦੀ ਕਦੇ ਆਈ ਨਹੀਂ ਬਾਊ ਜੀ ਅੱਜ ਤੱਕ। ਨਾਲੇ ਤੁਸੀਂ ਕਹੋ ਇੱਕੋ ਦਿਨ 'ਚ ਕਰਪਸ਼ਨ ਖਤਮ ਹੋ ਜਾਏ, ਉਹ ਤਾਂ ਪੋਸੀਬਲ ਨਹੀਂ। ਜਿੱਦਾਂ ਹੁਣ ਰਿਤੇਸ਼ ਭਈਆ ਕਹਿ ਰਹੇ ਸੀਗੇ ਕਿ 100% ਹੀ ਸਾਡੇ 'ਤੇ ਲੱਗਣਾ ਚਾਹੀਦਾ। ਮੈਂ ਕਹਿੰਦਾ 100% ਤਾਂ ਬਹੁਤ ਦੂਰ ਦੀ ਗੱਲ ਹੈ। ਬਿਲਕੁਲ ਮੈਂ ਸਿਰਫ ਇੱਕ 8% ਜਾਂ 10% ਵੀ ਲੱਗ ਜਾਏ ਨਾ, ਇਹ ਜਿਹੜੀ ਫੈਸਿਲਿਟੀਆਂ 100% 'ਚ ਪਾਲਦੇ ਪਏ ਆ ਨਾ, ਉਹ 10% 'ਚ ਇੰਨੀ ਫੈਸਿਲਿਟੀਆਂ ਮਿਲ ਜਾਣੀ, ਇਹਨਾਂ ਨੇ ਕਹਿਣਾ ਬਸ ਯਾਰ ਹੋਣ ਨਹੀਂ ਚਾਹੀਦਾ, ਇੰਨਾ ਹੀ ਬਹੁਤ ਹੈ। ਬਿਲਕੁਲ ਸਮਾਂ ਹੋ ਰਿਹਾ ਹੈ ਬ੍ਰੇਕ ਲੈਣ ਦਾ। ਇਸ ਤੋਂ ਬਾਅਦ ਹੋਰ ਵੀ ਬੜੇ ਸਵਾਲ ਹੋਣਗੇ ਇਹਨਾਂ ਨਾਲ, ਪਰ ਇੱਕ ਮੁੱਦਾ ਹੁਣ ਤੱਕ ਇਹ ਜ਼ਰੂਰ ਹੈ ਕਿ ਹਰੇਕ ਬੰਦੇ ਦਾ ਮੁੱਦਾ ਹੈ ਕਿ ਮੈਨੂੰ ਫ੍ਰੀ ਕੁਛ ਨਹੀਂ ਚਾਹੀਦਾ, ਮੈਨੂੰ ਐਜੂਕੇਸ਼ਨ, ਮੈਨੂੰ ਹੈਲਥ। ਇਹ ਦੋ ਜਿਹੜੇ ਪ੍ਰਮੁੱਖ ਮੁੱਦੇ ਨੇ ਜਿਨ੍ਹਾਂ ਤੇ ਕਿ ਵਾਕਈ ਹਰੇਕ ਸਿਆਸਤਦਾਨ ਨੂੰ, ਹਰੇਕ ਪਾਰਟੀ ਨੂੰ ਕੰਮ ਕਰਨ ਦੀ ਲੋੜ ਹੈ। ਬ੍ਰੇਕ ਤੋਂ ਬਾਅਦ ਦੇਖਾਂਗੇ ਕਿ ਹੋਰ ਕਿਹੋ ਜਿਹੇ ਹੋਰ ਮੁੱਦੇ ਨੇ ਜਿਹੜੇ ਕਿ ਇਹ ਪੰਜਾਬ ਨੂੰ ਅੱਗੇ ਲੈ ਕੇ ਜਾ ਸਕਦੇ ਨੇ। ਕਿਤੇ ਨਾ ਜਾਣਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਸਿਆਸੀ ਚੁਸਕੀ ਲੁਧਿਆਣੇ ਅਸੀਂ ਸ਼ੂਟ ਕਰ ਚੁੱਕੇ ਸੀਗੇ। ਉਸ ਤੋਂ ਬਾਅਦ ਖਾਣਾ ਖਾਣ ਲਈ ਰੁਕੇ ਇੱਥੇ। ਅਸੀਂ ਇਸ ਟਾਈਮ ਵਿਸ਼ਕਰਮਾ ਚੌਂਕ ਬੜਾ ਮਸ਼ਹੂਰ ਹੈ, ਏਵਨ ਜਿੱਥੇ ਨਿਊਟਰੀ ਕੁਲਚਾ ਤੇ ਕਾਫੀ ਮਸ਼ਹੂਰ ਨੇ ਇਹਨਾਂ ਦੇ। ਮੈਂ ਤੇ ਮੇਰੀ ਟੀਮ ਜਦੋਂ ਅਸੀਂ ਇੱਥੇ ਰੁਕੇ ਤੇ ਕਈ ਕਿਰਦਾਰ ਹੁੰਦੇ ਨੇ, ਕਿਰਦਾਰ ਤੁਹਾਨੂੰ ਉਹ ਜਿਹੜੇ ਅਟਰੈਕਟ ਕਰ ਲੈਂਦੇ ਨੇ ਕਿ ਹਾਂ ਨਹੀਂ, ਉਵੇਂ ਹੀ ਸਾਨੂੰ ਇੱਥੇ ਕਿਰਦਾਰ ਮਿਲੇ। ਗੱਲਾਂ ਹੋ ਰਹੀਆਂ ਸੀਗੀਆਂ ਤੇ ਜਦੋਂ ਗੱਲਾਂ ਹੋਈਆਂ ਵੀ ਕਹਿੰਦੇ ਕੀ, ਮੈਂ ਕਿਹਾ ਨਹੀਂ ਅਸੀਂ ਨਾ ਇਹ ਦੇਖਣਾ ਚਾਹੁੰਦੇ ਹਾਂ ਵੀ ਲੋਕਾਂ ਨੂੰ ਪੰਜਾਬ ਕਿਹੋ ਜਿਹਾ ਚਾਹੀਦਾ, ਕਿਹੋ ਜਿਹਾ ਸਿਆਸਤਦਾਨ ਚਾਹੀਦਾ। ਅਸੀਂ ਉਸ ਦੇ ਬਾਬਤ ਸ਼ੂਟ ਕਰ ਰਹੇ ਹਾਂ ਤੇ ਲੋਕਾਂ ਨੂੰ ਇੰਟਰਵਿਊ ਕਰ ਰਹੇ ਹਾਂ। ਤੇ ਉਹਨਾਂ ਦੀਆਂ ਜਦੋਂ ਵਿਚਾਰ ਸੁਣੇ ਤਾਂ ਲੱਗਿਆ ਕਿ ਨਹੀਂ, ਤੁਹਾਨੂੰ ਜ਼ਰੂਰ ਦਿਖਾਵਾਂ, ਉਹਨਾਂ ਨੂੰ ਤੁਹਾਨੂੰ ਜ਼ਰੂਰ ਸੁਣਾਵਾਂ ਕਿ ਇੱਕ ਵੀ ਪੰਜਾਬੀ ਹੈ ਜਿਹੜਾ ਦੱਸਣਾ ਚਾਹੁੰਦਾ ਹੈ ਕਿ ਵਾਕਈ ਪੰਜਾਬ ਕਿਹੋ ਜਿਹਾ ਹੁੰਦਾ। ਕਿਉਂਕਿ ਸਵਾਲ ਤਾਂ ਇੱਕੋ ਹੀ ਹੈ ਨਾ, ਪੰਜਾਬ ਕਿਹੋ ਜਿਹਾ ਚਾਹੀਦਾ। ਤੁਹਾਨੂੰ ਵੀ ਉਹੀ ਸਵਾਲ ਹੈ, ਪੰਜਾਬ ਕਿਹੋ ਜਿਹਾ ਚਾਹੀਦਾ। ਜਿੱਥੇ ਅਸੀਂ ਖੜੇ ਹਾਂ ਕੈਮਰੇ ਦੇ ਸਾਹਮਣੇ ਵੀ ਇਹੀ ਪੁੱਛਦੇ ਹਾਂ, ਪੰਜਾਬ ਕਿਹੋ ਜਿਹਾ ਚਾਹੀਦਾ, ਤਾਂ ਕਿ ਸਿਆਸਤਦਾਨਾਂ ਤੱਕ ਉਹ ਦੱਸ ਸਕੀਏ ਕਿ ਮੈਨੀਫੈਸਟੋ ਨਹੀਂ ਚਾਹੀਦੇ ਤੁਹਾਡੇ, ਸਾਨੂੰ ਇਹੋ ਜਿਹਾ ਪੰਜਾਬ ਚਾਹੀਦਾ ਹੈ। ਜਿਨ੍ਹਾਂ ਨੇ ਤੁਹਾਨੂੰ ਵੋਟ ਪਾਣੀ ਹੈ ਉਹਨਾਂ ਨੂੰ ਕਿਹੋ ਜਿਹਾ ਪੰਜਾਬ ਚਾਹੀਦਾ, ਉਹਨਾਂ ਦੀ ਸੁਣੋ, ਆਪਦੀਆਂ ਚੀਜ਼ਾਂ ਥੋਪੋ ਨਾ। ਆਓ ਤੁਹਾਨੂੰ ਮਿਲਾਨੇ ਆ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਰ। ਵੀਰ ਜੀ ਪਹਿਲਾਂ ਆਪਣਾ ਨਾਮ ਦੱਸੋ ਤੇ ਕਿਰਦਾਰ ਦੱਸੋ ਵੀ ਕੀ ਕੰਮ ਕਰ ਰਹੇ। ਦੇਖੋ ਅਸੀਂ ਪਿਛਲੇ ਇੱਕ ਲੰਬੇ ਸਮੇਂ ਤੋਂ ਟੈਕਸੀ ਕਿੱਤੇ ਨਾਲ ਜੁੜੇ ਹੋਏ ਆ ਤੇ ਇੱਕ ਯੂਨੀਅਨ ਦਾ ਮੈਂ ਪੰਜਾਬ ਦਾ ਪ੍ਰੈਜ਼ੀਡੈਂਟ ਆ।
ਸ਼ਰਨਜੀਤ ਕਲਸੀ ਮੇਰਾ ਨਾਮ ਆ। ਆਜ਼ਾਦ ਟੈਕਸੀ ਯੂਨੀਅਨ ਦਾ ਮੈਂ ਪੰਜਾਬ ਦਾ ਪ੍ਰੈਜ਼ੀਡੈਂਟ ਆ, ਰਜਿਸਟਰਡ ਨੰਬਰ 32। ਕਲਸੀ ਜੀ, ਤੁਸੀਂ ਜਿਵੇਂ ਦੱਸਿਆ ਟੈਕਸੀ ਨਾਲ ਜੁੜੇ ਹੋਏ ਹੋ, ਤੇ ਇਹ ਸਮਝ ਸਕਦੇ ਆ ਵੀ ਜਦੋਂ ਟੈਕਸੀ ਵੀ ਉਵੇਂ ਹੀ ਹੈ ਵੀ ਜਦੋਂ ਟੈਕਸੀ ਦੇ ਵਿੱਚ ਆਪਾਂ ਬਹਿੰਦੇ ਆ, ਹਰੇਕ ਟਾਈਪ ਦੀ ਸਵਾਰੀ ਹੁੰਦੀ ਹੈ। ਕੋਈ ਕਿਸ ਟਾਈਪ ਦਾ ਮਿਲ ਜਾਂਦਾ, ਕੋਈ ਕਿਸ ਟਾਈਪ ਦਾ ਮਿਲ ਜਾਂਦਾ। ਤੁਸੀਂ ਵੀ ਐਵੇਂ ਹੀ ਵੱਖ-ਵੱਖ ਲੋਕਾਂ ਨੂੰ ਮਿਲਦੇ ਰਹਿੰਦੇ ਹੋਗੇ, ਕਿਹੋ ਜਿਹੇ ਹਰੇਕ ਅਲੱਗ-ਅਲੱਗ ਟਾਈਪ ਦੇ ਕਿਰਦਾਰ ਦੇ ਲੋਕ। ਸਾਡਾ ਵੀ ਫੀਲਡ ਐਵੇਂ ਹੀ ਹੈ, ਕਿਸੇ ਦੀ ਕੀ ਸੋਚ ਹੈ ਤੇ ਕਿਸੇ ਦੀ ਕੀ ਸੋਚ ਹੈ। ਕਿਹੋ ਜਿਹਾ ਪੰਜਾਬ ਚਾਹੀਦਾ ਤੁਹਾਨੂੰ, ਕਿਉਂਕਿ ਚੁਣਾਵ ਨੇੜੇ ਨੇ, ਵਾਅਦਿਆਂ ਦਾ ਪੰਜਾਬ ਵੀ ਹੈ, ਦੇਖ ਰਹੇ ਹੋ ਤੁਸੀਂ, ਤੇ ਫ੍ਰੀ ਵਾਲਾ ਪੰਜਾਬ ਵੀ ਹੈ। ਜੇ ਫ੍ਰੀ ਆਹ ਲੈ ਲਓ, ਫ੍ਰੀ ਉਹ ਲੈ ਲਓ, ਉਹ ਵੀ ਤੁਸੀਂ ਦੇਖ ਰਹੇ ਹੋ, ਤੇ ਆਟੇ ਦਾਲ ਵਾਲਾ ਵੀ ਪੰਜਾਬ ਵੀ ਹੈ, ਤੇ ਉਹ ਵੀ ਤੁਸੀਂ ਦੇਖ ਲਿਆ। ਕਿਹੋ ਜਿਹਾ ਪੰਜਾਬ ਚਾਹੀਦਾ ਹੈ? ਦੇਖੋ, ਪਹਿਲੀ ਗੱਲ ਤਾਂ ਪੰਜਾਬੀ ਜਿਹੜੇ ਲੋਕ ਨੇ ਉਹ ਕਿਰਤੀ ਲੋਕ ਨੇ। ਬਾਬੇ ਨਾਨਕ ਤੋਂ ਇਹ ਪੰਜਾਬ ਚੱਲਿਆ ਆਉਂਦਾ। ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ। ਇਹ ਅੱਜ ਸਾਡੇ ਲੀਡਰਾਂ ਨੇ, ਤੁਸੀਂ ਦੇਖ ਲਓ ਵੀ ਫ੍ਰੀ ਵਾਲਾ ਤੁਸੀਂ ਲਾ ਕੇ ਅੱਜ ਵੱਡੇ ਵੱਡੇ ਦਾਅਵੇ ਕਰ ਰਹੇ ਆ। ਮੈਂ ਲਾਈਵ ਡਿਬੇਟ ਕਰਨ ਨੂੰ ਵੀ ਤਿਆਰ ਹਾਂ ਸਾਡੀ ਮੌਜੂਦਾ ਸਰਕਾਰ ਨਾਲ। ਅੱਜ ਪੰਜਾਬ ਦੇ ਵਿੱਚ ਜੇ ਆਪਾਂ ਟਰਾਂਸਪੋਰਟਰਾਂ ਦੀ ਗੱਲ ਕਰੀਏ, 4 ਤੋਂ 5 ਲੱਖ ਗੱਡੀ ਦੀ ਫਿਟਨੈਸ ਟੁੱਟੀ ਹੋਈ ਆ। ਉਹ ਕਿਹਦੀ ਬਦੌਲਤ? ਸਾਡੇ ਟਰਾਂਸਪੋਰਟ ਵਿਭਾਗ ਦੀ ਬਦੌਲਤ। ਤੇ ਸਾਡੇ ਮੰਤਰੀਆਂ ਕੋਲ ਤਾਂ ਟਾਈਮ ਹੀ ਨਹੀਂ ਹੈਗਾ ਸਾਡੇ ਲਈ। ਜੇ ਅੱਜ ਅਸੀਂ ਕਿੱਤੇ ਦੀ ਗੱਲ ਕਰੀਏ, ਜਿਹੜੇ ਟੈਕਸੀ ਕਿੱਤੇ ਨਾਲ ਲੋਕ ਜੁੜੇ ਹੋਏ ਆ, ਅੱਧ ਬਚੱਧ ਗੱਡੀਆਂ ਬੈਂਕਾਂ ਵਾਲੇ ਫੜ ਕੇ ਲੈ ਗਏ ਕਰੋਨਾ ਦੀ ਮਾਰ 'ਚ, ਅੱਧ ਬਚੱਧ ਜਿਹੜੀਆਂ ਚੱਲ ਰਹੀਆਂ ਨੇ ਉਹ ਲੈ ਜਾਣੀਆਂ ਨੇ। ਤੇ ਮੈਨੂੰ ਲੱਗਦਾ ਵਾਅਦੇ ਸਰਕਾਰਾਂ ਵੱਡੇ ਵੱਡੇ ਕਰ ਰਹੀਆਂ, ਜਿਹੜੀਆਂ ਸਹੂਲਤਾਂ ਜਾਂ ਜਿਹੜੀਆਂ ਚੀਜ਼ਾਂ ਸੈਂਟਰ ਦੇ ਅੰਡਰ ਨੇਗੀਆਂ, ਮੈਨੂੰ ਲੱਗਦਾ ਸੀਐਮ ਸਾਹਿਬ ਉਹ ਵੀ ਅੱਜ ਦੱਬੀ ਤੁਰੇ ਆਉਂਦੇ ਆ ਵੀ ਆਹ ਵੀ ਫ੍ਰੀ ਕਰਤਾ, ਚਲਾਨ 1 ਰੁਪਏ ਕਰਤਾ। ਜਿਹੜੇ ਤੁਸੀਂ ਲਾ ਲਓ ਵੀ ਸੈਂਟਰ ਦੇ ਅਧੀਨ ਨੇ, ਉਹ ਵੀ ਪੰਜਾਬ ਸਰਕਾਰ ਅੱਜ ਤੁਹਾਨੂੰ ਵੱਡੇ ਵੱਡੇ ਵਾਅਦੇ ਕਰੀ ਜਾਂਦੇ ਆ। ਤੇ ਜਿਹੜਾ ਟੈਕਸ ਸੈਸ਼ਨ ਬਿੱਲ ਆ, ਜਿਹਦੇ 'ਚ ਪੰਜਾਬ ਦੇ, ਮੈਂ ਕਹਿੰਦਾ ਵੀ ਟਰਾਂਸਪੋਰਟ ਵਿਭਾਗ ਨੇ ਇੱਕ ਬੰਦ ਕਮਰੇ 'ਚ ਬਣਾਇਆ 1900 ਮੋਟਰ ਵਹੀਕਲ ਐਕਟ 1924 ਟੈਕਸ ਸੈਸ਼ਨ ਬਿੱਲ 2021, ਜਿਹਦੇ 'ਚ ਪੰਜਾਬ ਦੇ ਟਰਾਂਸਪੋਰਟਰਾਂ ਦੀ ਨਸਲਕੁਸ਼ੀ ਕਰ ਦਿੱਤੀ ਗਈ ਆ। ਤੇ ਉਹ ਸਾਰਾ ਭਾਰ ਜਿਹੜਾ ਟਰਾਂਸਪੋਰਟਰਾਂ ਦੇ ਸਿਰ ਤੇ ਆਉਣ ਵਾਲੇ ਦਿਨਾਂ 'ਚ ਪਊਗਾ, ਚਾਹੇ ਜਿਹੜੀ ਮਰਜ਼ੀ ਸਰਕਾਰ ਆ ਜੇ। ਤੁਸੀਂ ਟਰਾਂਸਪੋਰਟ ਦੀ ਗੱਲ ਕਰਦੇ ਹੋ, ਤੇ ਅਸੀਂ ਤਾਂ ਸਗੋਂ ਮੀਡੀਆ ਹਾਊਸ ਵੀ ਹਰੇਕ, ਸਾਨੂੰ ਵੀ, ਅਸੀਂ ਰਾਜਾ ਵੜਿੰਗ ਦੀ ਗੱਲ ਕਰੀਏ, ਫਿਰ ਰਾਜਾ ਵੜਿੰਗ ਦਾ ਇਹ ਕਹਿੰਦੇ ਨੇ ਕਿ ਮੈਂ ਜੋ ਬੱਸਾਂ ਨਾਲ ਉਹਨਾਂ ਨੇ ਹਿਸਾਬ ਕਿਤਾਬ ਕੀਤਾ, ਬੱਸਾਂ ਵੀ ਡੱਕਤੀਆਂ ਜਿਹੜੀਆਂ ਇਲੀਗਲ ਚੱਲਦੀਆਂ ਪਈਆਂ ਸੀਗੀਆਂ, ਉਹ ਤਾਂ ਕਹਿੰਦੇ ਵੀ ਮੈਂ ਹੁਣ ਟਰਾਂਸਪੋਰਟ ਜਿਹੜੀ PRTC ਦਾ ਉਹ ਮੈਂ ਪ੍ਰੋਫਿਟ 'ਚ ਲੈ ਕੇ ਆਇਆ। ਤੇ ਤੁਹਾਡੇ ਵਾਲੇ ਪਾਸਾ ਤਾਂ ਮਤਲਬ ਇਹ ਹੁਣ ਦੋਹਰੀ ਮਾਪਦੰਡ ਦੀ ਕਿਵੇਂ? ਦੇਖੋ, ਵੜਿੰਗ ਸਾਹਿਬ ਦੀ ਪਹਿਲਾਂ ਮੈਂ ਗੱਲ ਕਰਾਂ, ਬਹੁਤ ਵਧੀਆ ਕੰਮ ਕਰ ਰਹੇ ਆ। ਦੂਜੀ ਗੱਲ ਇੱਥੇ ਮੈਂ ਕਹਿਣ ਲੱਗਿਆ ਵੀ ਟਰਾਂਸਪੋਰਟ ਵਿਭਾਗ, ਜਦੋਂ ਟਰਾਂਸਪੋਰਟ ਮੰਤਰੀ ਅਰੁਣਾ ਚੌਧਰੀ ਰਹੇ ਆ, ਟਰਾਂਸਪੋਰਟ ਮੰਤਰੀ ਰਜੀਆ ਸੁਲਤਾਨਾ ਰਹੇ ਆ, ਸੁੱਤੇ ਪਏ ਰਹੇ ਆ। ਅੱਜ ਤੋਂ ਵਿਜੰਤ ਟਰੈਵਲ ਆ, ਪੂਰਾ ਮਸ਼ਹੂਰ ਕੇਸ ਆ ਪੰਜਾਬ ਦੇ ਵਿੱਚ। ਸੁਪਰੀਮ ਕੋਰਟ ਨੇ 865 ਪਰਮਿਟ ਰੱਦ ਕਰੇ ਸੀ, ਜਿਹੜੇ ਮਲਟੀਪਲ ਪਰਮਿਟਾਂ ਦੀ ਇਹ ਗੱਲ ਕਰਦੇ ਆ ਵੀ ਮੈਂ ਉਹ ਰੱਦ ਕਰਤੇ, ਉਹ ਇਹਨਾਂ ਨੇ ਨਹੀਂ ਰੱਦ ਕਰੇ। ਪਹਿਲਾਂ ਮਾਣਯੋਗ ਅਦਾਲਤ ਹਾਈ ਕੋਰਟ ਨੇ ਕੀਤੇ, ਉਸ ਤੋਂ ਬਾਅਦ ਸੁਪਰੀਮ ਕੋਰਟ ਨੇ 865 ਪਰਮਿਟ ਰੱਦ ਕੀਤੇ, ਜਿਹੜੇ ਐਕਸਟੈਂਡ ਕੀਤੇ ਹੋਏ ਸੀ ਮਲਟੀਪਲ ਜਿਹਨਾਂ ਪਰਮਿਟ, ਜਿਨ੍ਹਾਂ ਦੀ ਇਹ ਗੱਲ ਕਰਦੇ ਆ ਵੀ ਉਹ ਪਰਮਿਟ ਰੱਦ ਕੀਤੇ ਗਏ ਆ। ਮੈਨੂੰ ਲੱਗਦਾ ਵੀ ਉਧਰ ਨੂੰ ਧਿਆਨ ਵੱਧ ਰਿਹਾ ਵਾ, ਆਮ ਲੋਕਾਂ ਦੇ ਮੁੱਦਿਆਂ ਕੰਨੀ ਜਾਂ ਆਮ ਪਬਲਿਕ ਕੰਨੀ ਜਾਂ ਗਰੀਬ। ਹੁਣ ਇੱਕ ਸੂਬੇ ਦੇ ਵਿੱਚ 2 ਕਾਨੂੰਨ ਚੱਲ ਰਹੇ ਆ, ਇਹਨਾਂ ਦੇ 11 RTA ਨੇ ਜੀ। ਕੋਈ ਟ੍ਰੈਫਿਕ ਪੁਲਿਸ ਵਾਲਾ ਤੁਹਾਡਾ ਚਲਾਨ ਕੱਟਦਾ, ਇਹਨਾਂ ਦੇ RTO ਕੋਲ ਚੱਲ ਜਾਓ ਤੁਸੀਂ, ਉਹ RCC ਨਹੀਂ ਕਰਦਾ। ਉਹੀ ਜੇ ਅਸੀਂ ਕੋਰਟ ਦੇ ਵਿੱਚ ਸਾਡਾ ਚਲਾਨ ਹੁੰਦਾ, ਉੱਥੇ ਸਾਨੂੰ 500 ਰੁਪਇਆ 1000 ਰੁਪਇਆ RCC ਕਰਕੇ ਫਾਈਨ ਜਿਹੜਾ ਲੱਗਦਾ ਵਾ 500-700 ਰੁਪਇਆ ਪੇਪਰ ਦੇ ਦਿੱਤੇ ਜਾਂਦੇ ਆ। ਇੱਕ ਸੂਬੇ ਦੇ ਵਿੱਚ 2 ਕਾਨੂੰਨ ਚੱਲ ਰਹੇ ਆ। ਕਿਸੇ ਮੈਨੂੰ ਲੱਗਦਾ ਵੀ ਮੁੱਦੇ ਤੇ ਨਹੀਂ ਪਹੁੰਚੇ। ਅਸੀਂ ਅੱਜ ਉੱਥੇ ਹੀ ਜਿੱਥੇ ਪਹਿਲਾਂ ਖੜੇ ਸੀ, ਅੱਜ ਵੀ ਉੱਥੇ ਹੀ ਖੜੇ ਆ। ਪਰ ਮੈਨੂੰ ਲੱਗਦਾ ਵੀ ਜਿਹੜਾ ਅੱਜ ਮਾਫੀਆ ਦੀ ਜਿਹੜੀ ਉਹ ਗੱਲ ਕਰਦੇ ਆ, ਮਾਫੀਆ ਚੱਲ ਰਿਹਾ। ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਦੱਸ ਦੇਵਾਂ ਵੀ ਮਾਫੀਆ ਕੀ ਹੁੰਦਾ। ਮਾਫੀਆ ਇਹ ਹੁੰਦਾ ਵੀ ਜਿਹੜਾ ਲੋਕ ਟੈਕਸ ਚੋਰੀ ਕਰਦੇ ਆ। ਟੈਕਸ ਤਾਂ ਅੱਜ ਪੰਜਾਬ ਦੇ ਟੈਕਸੀ ਸਟੈਂਡਾਂ 'ਤੇ ਤੁਸੀਂ ਦੇਖ ਲਓ, ਪ੍ਰਾਈਵੇਟ ਗੱਡੀਆਂ ਖੜੀਆਂ ਨੇ। ਕਿਹਦੀ ਬਦੌਲਤ ਖੜੀਆਂ? 11 RTOਆਂ ਦੀ ਬਦੌਲਤ, 22 DCਆਂ ਦੀ ਬਦੌਲਤ, 23 DCਆਂ ਦੀ ਬਦੌਲਤ। ਕਰੋਨਾ ਕਾਲ ਦੇ ਵਿੱਚ ਇਹਨਾਂ ਨੇ ਉਹ ਗੱਡੀਆਂ ਕਿਰਾਏ 'ਤੇ ਚਲਾਈਆਂ, ਜਿਹੜੀਆਂ ਗੱਡੀਆਂ ਮੋਟਰ ਵਹੀਕਲ ਐਕਟ ਦੀਆਂ ਧੱਜੀਆਂ ਉਡਾਉਂਦੀਆਂ ਨੇ, ਉਹਨਾਂ ਗੱਡੀਆਂ ਨੂੰ ਕਿਰਾਏ 'ਤੇ ਚਲਾ ਕੇ, ਨਾਲੇ ਤਾਂ ਉਹ ਲੋਕ ਟੈਕਸ ਚੋਰੀ ਕਰਦੇ ਆ, ਉਹ ਗੱਡੀਆਂ ਕਿਰਾਏ 'ਤੇ ਚਲਾ ਕੇ, ਨਾਲੇ ਉਹਨਾਂ ਨੂੰ ਮੋਟੇ ਬਿੱਲਾਂ ਦੀ ਅਦਾਇਗੀ 11 RTOਆਂ ਨੇ ਤੇ ਪੰਜਾਬ ਦੇ 23 DCਆਂ ਨੇ।
ਅਸੀਂ ਤਾਂ ਸ਼ੁਰੂ ਤੋਂ ਕਹਿ ਰਹੇ ਹਾਂ, ਜੇ ਕਿਤੇ ਹੋਰ ਰੁਜ਼ਗਾਰ ਅੱਜ ਪੰਜਾਬ ਦੀ ਜਿਹੜੀ 25,000 ਟੈਕਸੀ ਆ ਆਲ ਇੰਡੀਆ ਟੂਰਿਸਟ ਪਰਮਿਟ ਉਹਨਾਂ ਨੂੰ ਮਿਲਿਆ ਹੁੰਦਾ, ਜਾਂ ਪੰਜਾਬ ਦੀ ਜਿਹੜੀ ਲੋਕਲ ਪਰਮਿਟ ਟੈਕਸੀ ਆ ਉਹਨਾਂ ਨੂੰ ਮਿਲਿਆ ਹੁੰਦਾ, ਅੱਜ ਨਾ ਤਾਂ ਲੋਕਾਂ ਦੇ ਟੈਕਸ ਟੁੱਟਦੇ, ਨਾ ਇੰਸ਼ੋਰੈਂਸਾਂ ਟੁੱਟਦੀਆਂ, ਤੇ ਨਾ ਹੀ ਮੈਨੂੰ ਲੱਗਦਾ ਵੀ ਜਿਹੜੇ ਆਪਦੇ ਪਰਿਵਾਰ ਦਾ ਵਧੀਆ ਪਾਲਣ ਪੋਸ਼ਣ ਕਰਦੇ। ਕਈ ਡਰਾਈਵਰ ਵੀਰ ਸਾਡੇ ਚੋਂ ਜਾ ਚੁੱਕੇ ਆ, ਸੁਸਾਈਡ ਵੀ ਕਰ ਚੁੱਕੇ ਆ। ਕਿਸਾਨ ਵੀ ਸੁਸਾਈਡ ਕਰ ਰਿਹਾ ਹੈ, ਜਿਵੇਂ ਤੁਸੀਂ ਦੱਸਿਆ ਵੀ ਡਰਾਈਵਰ ਵੀ ਅਗਰ ਹੁਣ ਇਸ ਰਾਹ ਤੁਰ ਪਏ ਨੇ, ਫਿਰ ਮਤਲਬ ਖਜ਼ਾਨਾ ਖਾਲੀ ਹੈ। ਤੁਹਾਨੂੰ ਲੱਗਦਾ ਵੀ ਜਿਹੜਾ ਹੁਣ ਜਿਵੇਂ ਕਿਸਾਨੀ ਅੰਦੋਲਨ ਜੋ ਲੋਕਾਂ ਨੇ ਅੱਕ ਕੇ ਸਾਰੀਆਂ ਚੀਜ਼ਾਂ ਕੀਤੀਆਂ, ਇਹ ਕਿਸਾਨੀ ਅੰਦੋਲਨ ਹੁਣ ਪੰਜਾਬ ਦੀ ਨੁਹਾਰ ਬਦਲ ਸਕਦਾ? ਬਿਲਕੁਲ ਬਦਲ ਸਕਦਾ। ਦੇਖੋ, ਕਿਸਾਨੀ ਅੰਦੋਲਨ ਨੇ ਇੱਕ ਜਾਨ ਪਾਈ ਆ ਪੰਜਾਬ ਦੇ ਵਿੱਚ ਵੀ, ਨਾਲ ਦੀਆਂ ਸਟੇਟਾਂ ਦੇ ਵਿੱਚ ਵੀ। ਕਿਸਾਨੀ ਅੰਦੋਲਨ ਦੇ ਚੱਲਦੇ ਚੱਲਦੇ ਸੈਂਟਰ ਨੇ ਇੱਕ ਪੂਰੇ ਇੰਡੀਆ ਦੇ ਟੈਕਸੀ ਮਾਲਕ ਨੇ ਜਿਹੜੇ, ਉਹਨਾਂ ਤੇ ਵੀ ਤਲਵਾਰ ਰੱਖੀ। ਇਹ ਨਾ ਕਹੋ ਕਿਸਾਨੀ ਤੇ ਤਲਵਾਰ ਸੀ, ਟਰਾਂਸਪੋਰਟਰਾਂ ਤੇ ਵੀ ਤਲਵਾਰ ਆ ਚੁੱਕੀ ਆ। ਚਾਹੇ ਤੁਸੀਂ ਗੱਡੀਆਂ ਜਿਹਨੂੰ ਫਿਟਨੈਸ ਕਹਿੰਦੇ ਆ, ਉਹਦੇ 'ਚ ਸੈਂਟਰ ਦੀ ਸਰਕਾਰ GRS 478 ਹੀ ਲੈ ਕੇ ਆਈ ਆ, ਜਿਹਦੇ 'ਚ ਸਾਡਾ ਸੂਬਾ ਟਰਾਂਸਪੋਰਟ ਵਿਭਾਗ ਸੁੱਤਾ ਪਿਆ, ਕੋਈ ਮੀਟਿੰਗ ਨਹੀਂ ਅਟੈਂਡ ਕਰਿਆ। ਉਸ ਤੋਂ ਬਾਅਦ ਤੁਸੀਂ ਟੈਕਸੀਆਂ ਦੀ ਜੇ ਮੈਂ ਗੱਲ ਕਰਾਂ, ਸੈਂਟਰ ਨੇ ਇੱਕ ਬਿੱਲ ਥੋਪਿਆ ਉਹਨਾਂ ਦੇ 25,000 ਰੁਪਇਆ 9 ਸੀਟਾਂ, 23 ਸੀਟਾਂ ਤੱਕ 75,000 ਰੁਪਇਆ ਪਰਮਿਟ ਦੀ ਫੀਸ ਲਾ ਦਿੱਤੀ ਆ। ਉਹਨੂੰ ਵੀ ਅਸੀਂ, ਸਾਡੀ ਹਿਮਾਚਲ ਦੀ ਟੀਮ ਨੇ ਹਾਈ ਕੋਰਟ 'ਚ ਚੈਲੰਜ ਕੀਤਾ, ਸ਼ਿਮਲਾ ਹਾਈ ਕੋਰਟ 'ਚ। ਅਸੀਂ ਵੀ ਉਹਦੀ ਵੇਟ ਕਰੀ ਆ। ਪਾਸਿੰਗਾਂ ਦੇ ਮੁੱਦੇ ਨੂੰ ਲੈ ਕੇ ਅਸੀਂ ਮਾਣਯੋਗ ਅਦਾਲਤ ਹਾਈ ਕੋਰਟ 'ਚ ਗਏ ਆ। ਇਹ ਸਰਕਾਰ ਦੇ ਕੰਮ ਨੇ ਜਿਹੜੇ ਅਸੀਂ ਕਰ ਰਹੇ ਹਾਂ। ਸਾਨੂੰ ਹਾਈ ਕੋਰਟ ਜਾਣ ਦੀ ਲੋੜ ਨਹੀਂ ਸੀ। ਜੇ ਅੱਜ ਸਾਡਾ ਟਰਾਂਸਪੋਰਟ ਮਹਿਕਮਾ ਉਹ ਆਰਡਰ ਮੰਨ ਲੈਂਦਾ, ਮਦਰਾਸ ਹਾਈ ਕੋਰਟ ਦੇ ਆਰਡਰ ਨੇ, ਬੰਬੇ ਹਾਈ ਕੋਰਟ ਦੇ ਆਰਡਰ ਨੇ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਆਰਡਰ ਸੀਗੇ, 8 ਤੋਂ 9 ਹਾਈ ਕੋਰਟਾਂ ਦੇ ਆਰਡਰ ਸੀ, ਲਖਨਊ ਹਾਈ ਕੋਰਟ ਦੇ, ਪਰ ਸਾਡਾ ਟਰਾਂਸਪੋਰਟ ਵਿਭਾਗ ਦਾ ਕਹਿੰਦਾ ਅਸੀਂ ਨਹੀਂ ਮੰਨਦੇ ਹਾਈ ਕੋਰਟ ਦੇ ਆਰਡਰ ਨੂੰ। ਸਾਨੂੰ ਮਜਬੂਰ ਹੋ ਕੇ ਉਹ 4 ਲੱਖ ਗੱਡੀ ਦੀ ਜਿਹੜੀ ਪਾਸਿੰਗ ਟੁੱਟੀ ਹੋਈ ਆ, ਮਾਣਯੋਗ ਅਦਾਲਤ ਹਾਈ ਕੋਰਟ ਜਾਣਾ ਪਿਆ। ਇਹ ਜਿਹੜੇ ਮਸਲੇ ਆ, ਇਹ ਲੋਕਾਂ ਦੇ ਮਸਲੇ ਆ। ਸਰਕਾਰ ਤਾਂ ਫ੍ਰੀ 'ਚ ਵੰਡ ਰਹੀ ਆ। ਮੈਂ ਦੇਖੋ, ਸਰਕਾਰ ਨੂੰ ਵੀ, ਸਾਨੂੰ ਕੁਝ ਵੀ ਫ੍ਰੀ 'ਚ ਨਹੀਂ ਚਾਹੀਦਾ। ਸਹੂਲਤ ਦਿਓ, ਤੁਸੀਂ ਟੈਕਸ ਪੇ ਕਰਨ ਲੋਕ, ਸਹੂਲਤ ਦਿਓ ਉਹਨਾਂ ਨੂੰ। ਕੋਈ ਡਰਾਈਵਰ ਨੂੰ ਮੈਡੀਕਲ ਦੀ ਸਹੂਲਤ ਹੋਵੇ, ਉਹਦੇ ਬੱਚਿਆਂ ਨੂੰ ਕੋਈ ਕਾਰਡ ਹੋਵੇ, ਮਾਲਕ ਨੂੰ ਸਹੂਲਤ ਹੋਵੇ। ਸਹੂਲਤ ਜ਼ੀਰੋ ਆ। ਵਾਅਦੇ ਸਰਕਾਰਾਂ ਪਿਛਲੇ ਲੰਬੇ ਸਮੇਂ ਤੋਂ ਵੀ, ਪਿਛਲੀਆਂ ਸਰਕਾਰਾਂ ਨੇ ਵੀ ਬੜੇ ਵੱਡੇ ਦਾਅਵੇ ਕੀਤੇ ਆ, ਇਹ ਵੀ ਸਰਕਾਰਾਂ ਕਰ ਰਹੀਆਂ, ਪਰ ਮੈਨੂੰ ਲੱਗਦਾ ਲੋਕ ਉੱਥੇ ਦੇ ਉੱਥੇ, ਲੋਕਾਂ ਨੂੰ ਅਵੇਅਰ ਹੋਣ ਦੀ ਲੋੜ ਅੱਜ। ਬਿਠਾ ਫੇਰ ਆਪਾਂ ਵਾਅਦੇ ਵਾਲੇ ਦਿੰਨੇ ਆ, ਭਾਵੇਂ ਪਿਛਲੇ ਜਿੰਨੇ ਵਾਅਦੇ ਕੀਤੇ ਤੇ ਦੂਜੇ ਨੇ। ਹੁਣ ਤੁਹਾਨੂੰ ਨਹੀਂ ਲੱਗਦਾ ਰੇਸ ਚੱਲੀ ਹੋਈ ਹੈ? ਅੱਛਾ, ਤੇਰਾ ਵਾਅਦਾ ਛੋਟਾ ਤੇ ਮੇਰਾ ਵਾਅਦਾ ਵੱਡਾ ਹੋਰ ਵਾਅਦਾ ਕਰ ਦਈਏ। ਆ ਫ੍ਰੀ 400 ਯੂਨਿਟ ਹੈ, ਐਂ ਕਰ ਫ੍ਰੀ ਬਿਜਲੀ ਕਰ ਦੇ, 400 ਨਹੀਂ ਫ੍ਰੀ ਬਿਜਲੀ ਕਰ ਦਾਂਗੇ। ਤਾਂ ਸ਼ਾਇਦ ਇਹੋ ਜਿਹੀਆਂ ਚੀਜ਼ਾਂ ਲੈ ਕੇ ਹੁਣ ਆਪਾਂ ਵੀ ਤਾਂ ਵਾਅਦਿਆਂ ਦੇ ਹੀ ਭੁੱਖੇ ਰਹਿ ਗਏ। ਇਹਦਾ ਮਤਲਬ ਦੇਖੋ, ਅਵੇਅਰ ਹੋ ਚੁੱਕੇ ਆ ਲੋਕ। ਜੇ ਤੁਸੀਂ ਵਾਅਦੇ ਦੀ ਗੱਲ ਕਰੋ, ਬਹੁਤ ਅਵੇਅਰ ਹੋ ਚੁੱਕੇ ਆ। ਇਹਨਾਂ ਨੂੰ ਪੁੱਛਦੇ ਆ ਨਾ, ਹੁਣ ਜਦੋਂ ਕੋਈ MLA ਜਾਂਦਾ, ਹਰੇਕ ਦਰਾਂ ਦੇ ਵਿੱਚ ਪੁੱਛਦਾ, ਆ ਕੋਡ ਆਫ ਕੰਟੈਕਟ ਲੱਗਣ ਤੋਂ ਅਸੀਂ ਵੀ ਪੁੱਛਾਂਗੇ ਵੀ ਸਾਡਾ ਕੀ ਕੀਤਾ। ਵਾਅਦੇ ਰਹਿ ਗਏ ਸਰਕਾਰ ਦੇ ਕੋਲ, ਝੂਠੇ ਦਾਅਵੇ, ਝੂਠੇ ਲਾਰੇ। ਤੇਰੇ ਕਹਿੰਦਾ ਸਰਕਾਰੇ 117 MLAਆਂ ਦੀ ਮੌਜੂਦਗੀ ਦੇ ਵਿੱਚ ਟੈਕਸ ਸੈਸ਼ਨ ਬਿੱਲ ਜਿਹੜਾ ਮੈਂ 2021 ਇਹਨਾਂ ਨੇ ਪੰਜਾਬ ਦੇ ਟਰਾਂਸਪੋਰਟਰਾਂ ਦੀ, ਮੈਂ ਫਿਰ ਕਹਿੰਦਾ, ਨਸਲਕੁਚੀ ਕੀਤੀ ਆ, ਜਿਹਦੇ 'ਚ ਅੱਜ 750 ਰੁਪਈਆ ਟੈਕਸ ਆ ਟੈਕਸੀ ਨੂੰ, ਨੈਸ਼ਨਲ ਪਰਮਿਟ ਨੂੰ। ਉਹਦੇ 'ਚ ਸਿੱਧਾ 750 'ਚੋਂ ਚੱਕ ਕੇ 10,000 ਰੁਪਈਆ ਪਰ ਸੀਟ ਪਰ ਐਨਮ 6+1 ਤੱਕ। ਜੇ ਅਸੀਂ ਟਰਾਂਸਪੋਰਟ ਮਹਿਕਮੇ ਨੂੰ ਪੁੱਛਿਆ, ਕਹਿੰਦਾ ਇਹ ਤਾਂ 25-30 ਸਾਲਾਂ ਤੱਕ ਜਾਣੀ। ਤੁਸੀਂ ਸਾਡਾ 25-30 ਸਾਲਾਂ ਦਾ ਵੇਰਵਾ ਅੱਜ ਹੀ ਤੁਸੀਂ ਦੱਸਤਾ। ਆਉਣ ਵਾਲੇ ਦਿਨਾਂ 'ਚ ਲੋਕ ਇਹ ਕੰਮ ਨਾ ਕਾਰਪੋਰੇਟਾਂ ਦੇ ਹੱਥ 'ਚ। ਤੇ ਇੱਕ ਆਟੋਮੋਬਾਈਲ ਨੂੰ ਲੈ ਕੇ ਤੁਸੀਂ ਦੇਖ ਲਓ ਵੀ, ਪਾਸਿੰਗਾਂ ਵੀ ਜਿਹੜੀਆਂ ਨਰਿੰਦਰ ਮੋਦੀ ਸਾਹਿਬ ਨੇ ਤਾਂ ਬਾਅਦ 'ਚੋਂ ਸੈਂਟਰ ਦੀ ਸਰਕਾਰ ਨੇ ਕਰਨਾ ਹੀ, ਗਡਕਰੀ ਜੀ ਨੇ। ਪੰਜਾਬ ਦੀ ਸਰਕਾਰ ਮੈਨੂੰ ਲੱਗਦਾ ਪਹਿਲਾਂ ਹੀ ਡੀਲਰਾਂ ਨੂੰ ਚੁਕਾਉਣ ਤੇ ਲੱਗੀ ਹੋਈ ਆ ਪਾਸਿੰਗਾਂ। ਟਰਾਂਸਪੋਰਟ ਟੈਕਸੀ ਤੋਂ ਹੀ ਨੇ ਜੁੜੇ ਹੋਏ ਹੋ। ਓਲਾ ਤੇ ਊਬਰ ਬੜਾ ਅਸੀਂ ਅਕਸਰ ਨਾਮ ਸੁਣਿਆ, ਸਾਡੇ ਸਾਰਿਆਂ ਦੇ ਐਪ ਵੀ ਹੈ। ਪ੍ਰਾਈਵੇਟ ਟੈਕਸੀਆਂ ਤਾਂ ਸ਼ਾਇਦ ਅਸੀਂ ਵੀ ਭੁੱਲ ਗਏ ਹਾਂ। ਸਾਨੂੰ ਪਹਿਲਾਂ ਹੁੰਦਾ ਸੀ ਕਿ ਸਾਡੇ ਫੋਨ 'ਚ ਵੀ ਨਾ ਪ੍ਰਾਈਵੇਟ ਨੰਬਰ ਹੁੰਦੇ ਸੀ ਵੀ ਹਾਂ ਉਹਨੂੰ ਬੁਲਾ ਲਈਏ ਵੀ ਉੱਥੇ ਜਾਣਾ ਹੈ, ਪਤਾ ਹੁੰਦਾ ਸੀ ਵੀ ਇਹਦਾ ਨਾਮ ਕੀ ਹੈ, ਇਹ ਵੀ ਇਹਦੇ ਨਾਲ ਹੀ ਜਾਣਾ ਹੈ। 6 ਮਹੀਨੇ ਸਾਲ ਤੋਂ ਉਹਨਾਂ ਨਾਲ ਜੁੜੇ ਹੋਏ ਆ। ਓਲਾ ਊਬਰ ਤੁਹਾਡੇ ਬਿਜ਼ਨਸ ਤੇ ਕਿੰਨਾ ਕੁ ਇਫੈਕਟ ਕੀਤਾ ਹੈ ਇਸਨੇ? ਕਿਉਂਕਿ ਇਹਨਾਂ ਨੂੰ ਦੋਨੋਂ ਪੱਖ ਨਾਲ ਦੇਖਣਾ ਹੈ। ਇੱਕ ਪੱਖ ਇਹ ਵੀ ਦੇਖਣਾ ਹੈ ਕਿ ਵੀ ਓਲਾ ਊਬਰ ਨੇ ਅਗਰ ਕੰਜ਼ਿਊਮਰ ਪਾਰਟ ਨਾਲ ਦੇਖਾਂ ਤਾਂ ਮੈਨੂੰ ਲੱਗਦਾ ਕਿ ਓਲਾ ਊਬਰ ਨੇ ਕੰਪੀਟੀਸ਼ਨ 'ਚ ਚੀਜ਼ਾਂ ਸਸਤੀਆਂ ਕਰ ਦਿੱਤੀਆਂ। ਜਿੱਥੇ 500 ਦੀ ਰਾਈਡ ਹੁੰਦੀ ਸੀਗੀ, ਪ੍ਰਾਈਵੇਟ ਕਰਦੇ ਸੀ, ਹੁਣ ਉਹ ਸਾਨੂੰ 250 ਦੀ ਵੀ ਮਿਲਦੀ ਹੈ। ਇਹਨਾਂ ਦਾ ਦੋਨਾਂ ਪੱਖ ਦੱਸਣਾ, ਆਪਦਾ ਪੱਖ ਵੀ ਤੇ ਲੋਕਾਂ ਵਾਲਾ ਵੀ। ਦੇਖੋ, ਗਲਤੀਆਂ ਫੇਰ ਉੱਥੇ ਆ ਜਾਂਦੀ ਆ, 100 ਹੱਥ ਰੱਸਾ ਸਿਰੇ ਤੇ ਗੰਢ। ਗਲਤੀਆਂ ਟਰਾਂਸਪੋਰਟ ਵਿਭਾਗ ਦੀਆਂ ਬਣੀਆਂ ਨੇ। ਤੁਸੀਂ ਓਲਾ ਊਬਰ ਦੀ ਗੱਲ ਕਰੀ ਆ, ਬੇਲਗਾਮ ਇਹ ਕੰਪਨੀਆਂ ਤੁਰੀਆਂ ਫਿਰਦੀਆਂ।
ਇੱਕ ਐਗਰੀਗੇਟਰ ਪਾਲਿਸੀ ਹੁੰਦੀ ਆ ਜਿਹਦੇ ਤਹਿਤ ਐਗਰੀਗੇਟਰ ਕਰਕੇ ਪਾਲਿਸੀ ਦੇ ਤਹਿਤ ਇਹ ਕੰਪਨੀਆਂ ਨੇ ਪੰਜਾਬ ਦੇ ਵਿੱਚ ਚੱਲਣਾ ਹੁੰਦਾ ਤੇ ਮੰਤਰੀ ਵੱਡੇ ਵੱਡੇ ਦਾਅਵੇ ਕਰੀ ਜਾਂਦੇ ਆ। ਟਰਾਂਸਪੋਰਟ ਵਿਭਾਗ ਆਪਦਾ ਲੱਗਿਆ ਹੋਇਆ, ਹਜੇ ਤੱਕ ਪੰਜਾਬ ਦੇ ਵਿੱਚ ਐਗਰੀਗੇਟਰ ਹੀ ਨਹੀਂ ਬਣੀ ਪਾਲਿਸੀ, ਨਾ ਓਲਾ ਤੇ ਬਣੀ, ਨਾ ਊਬਰ ਤੇ ਬਣੀ, ਨਾ ਜਿਹੜੀਆਂ ਆਹ ਹੋਰ ਜਿਹੜੀਆਂ ਕੰਪਨੀਆਂ ਚੱਲ ਰਹੀਆਂ। ਇਹਨਾਂ ਨੇ ਸਭ ਤੋਂ ਵੱਧ ਬੇਰੁਜ਼ਗਾਰ ਕਰਿਆ ਲੋਕ। ਇਹਨਾਂ ਨੇ ਲੋਨ ਕਰਾਤੇ, ਪਹਿਲਾਂ ਦਿਖਾਇਆ ਕੁਛ ਹੋਰ, ਨਿਕਲਿਆ ਕੁਛ ਹੋਰ। ਅਸੀਂ ਵੀ ਉਦੋਂ ਇਹਨੂੰ ਟਰਾਂਸਪੋਰਟ ਮਹਿਕਮੇ ਨੂੰ ਕਿਹਾ ਵੀ ਇਹਦੇ ਤੇ ਬਣਾਓ ਐਗਰੀਗੇਟਰ ਪਾਲਿਸੀ, 25-75 ਤੇ ਫਿਕਸ ਕਰੋ ਇਹਨੂੰ, 25% ਕੰਪਨੀ ਦਾ, 75% ਮਾਲਕ ਦਾ, 20 ਲੱਖ ਰੁਪਇਆ। 25-75 ਨਾ ਬੋਲੋ, 25-75 ਹੋਰ ਬੜੀਆਂ ਥਾਵਾਂ ਦੇ ਸੁਣਨ ਨੂੰ ਆਇਆ ਵੀ 25-75 ਸਾਂਝੇ ਬਹੁਤ ਨੇ। 25-75 ਸਾਂਝੇ ਬਹੁਤ ਨੇ, ਲੇਕਿਨ ਇਹ ਰੇਸ਼ੋ ਆ ਇੱਕ ਜਿਹੜੀ ਸੈਂਟਰ ਨੇ ਤਾਂ ਅਧਿਕਾਰ ਦੇਤੇ ਸੂਬਿਆਂ ਨੂੰ, ਪਰ ਸੂਬਾ ਆਪਦੇ ਅਧਿਕਾਰ ਨਾ ਸਮਝੇ ਜਾਂ ਸੂਬੇ ਆਪਦੇ ਅਧਿਕਾਰ। ਟਰਾਂਸਪੋਰਟ ਮਹਿਕਮਾ ਜਿਹੜਾ ਭ੍ਰਿਸ਼ਟਾਚਾਰੀ ਤੇ ਚੱਲ ਰਿਹਾ, ਜਿੰਨੇ ਮਰਜ਼ੀ ਇਹ ਸੱਚੇ ਸੁੱਚੇ ਬਣ ਜਾਣ। ਤੁਸੀਂ ਮੈਨੂੰ ਇਹ ਦੱਸ ਦਿਓ ਵੀ ਮੋਟਰਸਾਈਕਲ ਦੇ ਉੱਤੇ ਤੁਸੀਂ 2 ਸਵਾਰੀਆਂ ਬਿਠਾ ਲਓਗੇ, 3 ਬਿਠਾ ਲਓਗੇ, ਕਿੰਨੀਆਂ ਸਵਾਰੀਆਂ ਬਿਠਾ ਲਓਗੇ? ਕਿੰਨੀਆਂ? ਮੈਂ ਤੁਹਾਨੂੰ ਪੁੱਛ ਰਿਹਾ ਜੀ, ਕਿੰਨੀਆਂ ਸਵਾਰੀਆਂ? 2 ਹੀ। ਇਹਨਾਂ ਦੇ ਆਰਟੀਏ ਸਾਹਿਬ 52 ਸਵਾਰੀਆਂ ਮੋਟਰਸਾਈਕਲਾਂ ਤੇ ਬਿਠਾ ਕੇ ਉਹਨਾਂ ਦੇ ਬਿੱਲਾਂ ਦੀ ਅਦਾਇਗੀ ਡੀਸੀ ਸਾਹਿਬ ਕਰ ਰਹੇ ਆ, ਤੇ ਸਟੇਟ ਟਰਾਂਸਪੋਰਟ ਕਮਿਸ਼ਨਰ ਜਿਨ੍ਹਾਂ ਦੇ 24 ਕਰੋੜ ਦੇ ਭ੍ਰਿਸ਼ਟਾਚਾਰੀ ਦੇ ਇਲਜ਼ਾਮ ਸੀ, ਉਹ ਉਹਨਾਂ ਦੇ ਮਾਫ ਕਰ ਰਹੇ ਆ, ਕਲੀਨ ਚਿੱਟਾਂ ਦੇ ਰਹੇ ਆ। ਤੇ ਮੈਨੂੰ ਲੱਗਦਾ ਵੀ ਉਹ ਬਾਹਰ ਕਦੋਂ ਖੁੱਲਣਗੀਆਂ ਫਾਈਲਾਂ। ਮੈਂ ਵੜਿੰਗ ਸਾਹਿਬ ਨੂੰ ਕਹਿਣਾ ਵੀ ਉਹ ਆ ਜਿਹੜੇ 12-13 ਦਿਨ ਰਹਿ ਗਏ, ਉਹ ਫਾਈਲਾਂ ਦਾ ਖੁੱਲ੍ਹੀਆਂ ਹੀ 865 ਪਰਮਿਟ ਰੱਦ ਵਾਲੀਆਂ। ਜੇ ਆ ਵੀ ਕਢਾ ਲਓ ਨਾ ਫਾਈਲਾਂ ਜਿਹੜੀਆਂ ਜਿਨ੍ਹਾਂ ਤੇ ਦੱਬੀਆਂ ਪਈਆਂ ਨੇ, ਮਿੱਟੀ ਬੜੀ ਪੈ ਗਈ ਹੋਣੀ ਆ, ਧੂੜ, ਜਿਨ੍ਹਾਂ ਨੂੰ ਕਲੀਨ ਚਿੱਟਾਂ ਦਿੱਤੀਆਂ ਹੋਈਆਂ ਇਹਨਾਂ ਨੇ ਅਫਸਰਾਂ ਨੇ, ਮੈਨੂੰ ਲੱਗਦਾ ਵੀ ਉਹਦੇ 'ਚੋਂ ਵੀ ਬਹੁਤ ਕੁਝ ਨਿਕਲੂਗਾ। ਜਾਂਦੇ ਜਾਂਦੇ ਬਸ ਇੱਕ ਛੋਟੇ ਜਿਹੇ ਇਹ ਸਵਾਲ ਇਹ ਹੈ ਕਿ ਕੀ ਕਹਿਣਾ ਚਾਹੋਗੇ ਪੰਜਾਬ ਦੇ ਸਿਆਸਤਦਾਨਾਂ ਵਾਸਤੇ ਕਿ ਕਿਹੋ ਜਿਹਾ ਪੰਜਾਬ ਤੇ ਕਿਹੋ ਜਿਹਾ ਸਿਆਸਤਦਾਨ? ਕਲਸੀ ਜੀ ਨੂੰ ਲੱਗਦਾ ਵੀ ਇਹੋ ਜਿਹੀ ਸਿਆਸਤ ਕਰੋ ਤੇ ਇਹੋ ਜਿਹਾ ਸਿਆਸਤਦਾਨ ਚਾਹੀਦਾ ਜਿਸ ਨਾਲ ਕਿ ਪੰਜਾਬ ਦੀ ਨੁਹਾਰ ਬਦਲ ਸਕਦੀ ਹੈ, ਪੰਜਾਬ ਵਾਕਈ ਫਿਰ ਦੁਬਾਰਾ ਉਵੇਂ ਸੋਨੇ ਦੀ ਚਿੜੀ ਉਵੇਂ ਬਣ ਸਕਦਾ। ਦੇਖੋ, ਟਰਾਂਸਪੋਰਟ ਕੰਮ ਇੱਕ ਇਹੋ ਜਿਹਾ ਵਾ, ਪੰਜਾਬ ਅੱਜ ਉਹੋ ਜਿਹਾ ਚਾਹੀਦਾ ਵਾ। ਕੁਝ ਵੀ ਫ੍ਰੀ ਨਹੀਂ ਚਾਹੀਦਾ ਪੰਜਾਬ ਦੇ ਲੋਕਾਂ ਨੂੰ। ਪੰਜਾਬ ਦੇ ਲੋਕਾਂ ਨੂੰ ਮੈਡੀਕਲ ਸਹੂਲਤ ਦਿਓ, ਕਾਲਜ ਦੀ ਸਹੂਲਤ ਹੋਵੇ, ਸਕੂਲਾਂ ਦੀ ਸਹੂਲਤ ਹੋਵੇ। ਪੰਜਾਬ ਦੇ ਲੋਕ ਜਿਹੜੇ ਆ ਟੈਕਸ ਵੀ ਭਰ ਲੈਣਗੇ, ਆਪਣਾ ਆਤਮ ਨਿਰਭਰ ਲੋਕ ਨੇ। ਚਾਹੇ ਮੈਂ ਟੈਕਸੀ ਕਿੱਤੇ ਨਾਲ ਜੁੜੇ ਦੀ ਗੱਲ, ਹਰੇਕ ਬੰਦਾ ਸਵੇਰੇ ਉੱਠਦਾ, ਮਿਹਨਤ ਕਰਦਾ ਵਾ। ਕੁਝ ਵੀ ਫ੍ਰੀ ਨਹੀਂ ਚਾਹੀਦਾ ਸਰਕਾਰਾਂ ਨੂੰ। ਤੇ ਜਿਹੜੀ ਸਾਡੀ ਅਫਸਰਸ਼ਾਹੀ ਆ, ਉਹ ਭ੍ਰਿਸ਼ਟਾ ਸਰਕਾਰਾਂ ਨੂੰ ਉਹਨਾਂ ਦੇ ਨਕੇਲ ਕੱਸਣੀ ਚਾਹੀਦੀ ਆ। ਇੱਕ ਕਲਰਕ ਜਾਂ ਇੱਕ ਕੋਈ ਵੀ ਕੀ ਜ਼ਰੂਰਤ ਪੈ ਜੇ ਉਹਦੀ ਵੀ ਉਹ ਗਲਤ ਕੰਮ ਕਰ ਜਾਵੇ। ਇੱਕ ਪੰਜਾਬ ਉਹੋ ਜਿਹਾ ਚਾਹੀਦਾ ਜਿੱਥੇ ਇੱਕ ਸਿਆਸਤਦਾਨ ਵਧੀਆ ਹੋਵੇ। ਵਾਅਦੇ ਉਨੇ ਕੁ ਕਰੋ ਜਿੰਨੇ ਕੁ ਤੁਸੀਂ ਭੁਗਤ ਦੋ, ਵਾਅਦੇ ਉਨੇ ਕੁ ਕਰੋ ਜਿੰਨੇ ਕੁ ਲੋਕਾਂ ਦੇ ਵਿੱਚ ਜਾਣ ਤੋਂ ਕੱਲ੍ਹ ਨੂੰ ਤੁਹਾਨੂੰ ਝਿਜਕਣਾ ਨਾ ਪਵੇ। ਇਹ ਨਾ ਹੋਵੇ ਵੀ ਵਾਅਦੇ ਅਸੀਂ ਇਹੋ ਜਿਹੇ ਕਰੀਏ, ਮੁੜ ਕੇ 4 ਸਾਲ ਫੇਰ ਨਾ ਮੂੰਹ ਦਿਖਾਈਏ। ਇੱਕ ਪੰਜਾਬ ਇਹੋ ਜਿਹਾ ਸੂਬਾ ਵਾ, ਇਹੋ ਜਿਹਾ ਇੱਕ ਵਧੀਆ ਸੂਬਾ। ਸਭ ਤੋਂ ਵੱਧ ਟੂਰਿਸਟ ਪਲੇਸ ਜਿਹੜਾ ਪੰਜਾਬ ਦੀ ਗੱਡੀ ਜਿਹੜੀ ਆ ਉਹ ਕਰਦੀ ਆ, ਟਰਾਂਸਪੋਰਟਰ ਪੰਜਾਬ 'ਚ ਆ। ਪੰਜਾਬ ਇੱਕ ਬਹੁਤ ਵਧੀਆ ਸਟੇਟ ਆ। ਤੇ ਇਹੀ ਅਪੀਲ ਆ 117 MLA ਨੂੰ ਵੀ ਪੰਜਾਬ ਨਾਲ ਗਰਦਾਰੀ ਨਾ ਕਰਿਓ। ਜਿਹਨੇ ਗਰਦਾਰੀ ਕਰੀ ਆ ਉਹਦੇ ਹਾਲ ਤੁਸੀਂ ਦੇਖ ਲਓ ਵੀ ਕੀ ਹੋਇਆ। ਇਹ ਗੁਰੂਆਂ ਪੀਰਾਂ ਨੇ ਸਾਨੂੰ ਬਖਸ਼ਿਆ ਹੋਇਆ ਪੰਜਾਬ ਆ। ਉਸ ਸੱਚੇ ਸੁੱਚੇ ਪ੍ਰਮਾਤਮਾ ਦੇ ਰਾਹ ਤੇ ਚੱਲੋ। ਜਿਹੜੇ ਤੁਸੀਂ ਕੰਮ ਕਰਨੇ ਆ ਉਹਦੇ 'ਚ ਲੋਕ ਵੀ ਬਿਜ਼ਨਸ ਕਰਨ, ਇਹੋ ਜਿਹੇ ਕੰਮ ਲੈ ਕੇ ਆਓ। ਇਹ ਨਾ ਹੋਵੇ ਵੀ ਉਹ ਕੰਮ ਉਹਦੇ 'ਚੋਂ ਜਿਹੜੇ ਤੁਸੀਂ ਕੋਈ ਵੀ ਕੰਪਨੀ ਲਿਆ ਰਹੇ ਹੋ, ਕੰਮ ਉਹਦੇ 'ਚ ਹਿੱਸਾ ਪਾ ਕੇ ਕੋਈ ਅਫਸਰ ਕਰ ਰਿਹਾ ਜਾਂ ਉਹਦਾ ਮੁੰਡਾ ਕਰ ਰਿਹਾ। ਉਹ ਲੋਕ ਕਰਨ ਜਿਹੜੇ ਟੈਕਸ ਦਿੰਦੇ ਆ, ਟੈਕਸ ਦੇ ਰੂਪ 'ਚ ਇਹਨਾਂ ਨੂੰ ਪੈਸੇ ਦਿੰਦੇ ਆ। ਚਾਹੇ ਕੋਈ ਇਨਕਮ ਟੈਕਸ ਲਾ ਲਓ, ਚਾਹੇ ਕੋਈ ਵੀ ਟੈਕਸ ਲਾ ਲਓ ਤੁਸੀਂ। ਹਰੇਕ ਬੰਦਾ ਸਵੇਰੇ ਉੱਠ ਜਾਂਦਾ, ਹਰੇਕ ਚਾਹੇ ਕੋਈ ਦਿਹਾੜੀ ਕਰਦਾ, ਚਾਹੇ ਕੋਈ ਟੈਕਸੀ ਚਲਾਉਂਦਾ, ਹਰੇਕ ਬੰਦਾ ਟੈਕਸ ਇਹਨਾਂ ਨੂੰ ਪੇ ਕਰਦਾ ਵਾ। ਮੈਨੂੰ ਲੱਗਦਾ ਵੀ ਇਹਨਾਂ ਨੂੰ ਭੁੱਲਣਾ ਨਹੀਂ ਚਾਹੀਦਾ। ਇਹ ਉਹਦਾ ਕਿੱਤਾ ਖਾਂਦੇ ਆ, ਚਾਹੇ 117 MLA ਹੋਣ, ਚਾਹੇ ਪੰਜਾਬ ਦੀ ਅਫਸਰਸ਼ਾਹੀ ਹੋਵੇ, ਉਹਨਾਂ ਤੋਂ ਉਹ ਖਾਂਦੇ ਆ। ਇਹ ਮੈਂ ਇਹੀ ਅਪੀਲ ਕਰਨੀ ਚਾਹੂੰਗਾ ਵੀ ਹੱਸਦਾ ਵਸਦਾ ਪੰਜਾਬ ਰਵੇ ਜਿਹੜਾ ਪਹਿਲਾਂ। ਬਿਲਕੁਲ ਹੱਸਦਾ ਵਸਦਾ ਪੰਜਾਬ ਚਾਹੀਦਾ ਹੈ। ਕੋਈ ਫ੍ਰੀ ਦੀ ਚੀਜ਼ ਨਹੀਂ ਚਾਹੀਦੀ ਸਾਨੂੰ, ਸਿਰਫ ਸਾਡੀਆਂ ਸਹੂਲਤਾਂ ਦੇ ਦਿਓ। ਪਿੱਛੇ ਵੀ ਤੁਸੀਂ ਦੇਖਿਆ ਜਦੋਂ ਅਸੀਂ ਕਿਰਪਾਲ ਨਗਰ ਸੀਗੇ, ਉਹਨਾਂ ਦਾ ਵੀ ਇੱਕੋ ਹੀ ਸੀਗਾ, ਐਜੂਕੇਸ਼ਨ ਇਹਦੇ 'ਤੇ ਧਿਆਨ ਕਰ ਲਓ, ਮੈਡੀਕਲ ਫੈਸਿਲਿਟੀਜ਼ ਦੇ ਦਿਓ। ਫ੍ਰੀ ਕੁਛ ਨਹੀਂ ਚਾਹੀਦਾ। ਅਸੀਂ ਆਪਣਾ ਭਾਰ ਆਪਾਂ ਸਾਂਭ ਸਕਦੇ ਹਾਂ, ਕਿਉਂਕਿ ਜਿਵੇਂ ਇਹਨਾਂ ਨੇ ਕਿਹਾ ਪੰਜਾਬ ਗੁਰੂ ਪੀਰਾਂ ਦੀ ਧਰਤੀ ਹੈ। ਸਾਨੂੰ ਸਿਰਫ ਇਮਾਨਦਾਰੀ ਨਾਲ ਤੁਸੀਂ ਇੱਥੇ ਸਿਆਸਤ ਕਰੋ ਪੰਜਾਬ ਦੇ ਵਿੱਚ, ਤੇ ਸਾਰੀਆਂ ਚੀਜ਼ਾਂ ਆਪਣੇ ਆਪ ਹੋ ਜਾਣਗੀਆਂ।
ਸੋ ਇਹ ਅੱਜ ਦਾ ਦੌਰ ਸੀ ਸਾਡਾ ਲੁਧਿਆਣਾ 'ਚ। ਫਿਰ ਦੁਬਾਰਾ ਆਉਂਦੇ ਰਵਾਂਗੇ, ਤੁਹਾਨੂੰ ਫਿਰ ਰੂਬਰੂ ਕਰਾਉਂਦੇ ਰਵਾਂਗੇ ਕਿ ਕਿਹੋ ਜਿਹਾ ਪੰਜਾਬ ਚਾਹੀਦਾ। ਤੁਹਾਨੂੰ ਵੀ ਇਹੀ ਪੁੱਛਾਂਗੇ ਕਿਹੋ ਜਿਹਾ ਪੰਜਾਬ ਚਾਹੀਦਾ। ਆਓ ਰਲ ਕੇ ਉਹ ਸਿਆਸਤਦਾਨਾਂ ਤੱਕ ਜ਼ਰੂਰ ਪਹੁੰਚਾਈਏ ਕਿ ਸਾਨੂੰ ਇਹੋ ਜਿਹਾ ਪੰਜਾਬ ਚਾਹੀਦਾ। ਮੇਰੀ ਵੀ ਇਹੀ ਕੋਸ਼ਿਸ਼ ਰਹੇਗੀ। ਮਿਲਦੇ ਰਹਾਂਗੇ ਸਿਆਸੀ ਚੁਸਕੀ। ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਸਵਾਗਤ ਹੈ। ਗੱਲਾਂ ਆਪ ਦਾ ਦੌਰ ਉਵੇਂ ਹੀ ਅੱਗੇ ਚੱਲਦੇ ਆ ਜੀ ਸਰ। ਮਤਲਬ ਤੁਸੀਂ ਕੈਨੇਡਾ ਤੋਂ ਆਏ ਹੋ, ਮੈਨੂੰ ਹੋਰ ਜ਼ਿਆਦਾ ਸਗੋਂ ਇਸ ਤੋਂ ਵਧੀਆ ਹੋਰ ਕੀ ਮਿਲ ਸਕਦਾ ਸੀ, ਕਿਉਂਕਿ ਸਰ ਜ਼ਿਆਦਾ ਟਾਈਮ ਨਹੀਂ ਲਗਾਇਆ। ਮੈਨੂੰ ਤਾਂ ਐਵੇਂ ਕਹਾਂ ਕਿ ਮੈਨੂੰ ਤਾਂ ਬਿਜ਼ਨਸ ਦੀ ਸ਼ੌਂਕ ਸੀਗਾ। ਮੈਂ ਤਾਂ ਪੜ੍ਹਾਈ 'ਚ ਵੀ ਉੱਦਾਂ ਦਾ ਮੈਂ MBA ਕੀਤੀ ਹੋਈ ਹੈ। ਉੱਦਾਂ ਸਕੋਰ ਵੀ ਚੰਗਾ ਹੈ ਕਿ ਅਗਰ ਅੱਜ ਮੈਂ ਬਾਹਰ ਜਾਵਾਂ ਤਾਂ ਬਹੁਤ ਅੱਛੀ ਜੌਬ ਮਿਲ ਸਕਦੀ, ਬਟ ਆਪਣਾ ਕੰਮ ਕਰਕੇ ਜ਼ਿਆਦਾ ਸੈਟੀਸਫੈਕਸ਼ਨ ਹੈਗੀ। ਨਹੀਂ, ਤੁਹਾਨੂੰ ਕੀ ਲੱਗਦਾ ਕਿ ਕਿਹੋ ਜਿਹਾ ਪੰਜਾਬ ਚਾਹੀਦਾ ਹੈ ਕਿ ਲੋਕ ਕੈਨੇਡਾ ਨਾ ਜਾਣ? ਉਹ ਕਹਿੰਦਾ ਕਿ ਨਹੀਂ ਪੁੱਤ ਤੂੰ ਇੱਥੇ ਹੀ ਬਹਿ, ਇੱਥੇ ਹੀ ਪੜ੍ਹ, ਇੱਥੇ ਹੀ ਕਮਾ, ਇੱਥੇ ਹੀ ਨੌਕਰੀਆਂ ਦੇ, ਇੱਥੇ ਹੀ ਨੌਕਰੀ ਕਰ। ਸਰ ਸਿੰਪਲ ਚੀਜ਼ ਹੈ, ਈਜ਼ੀ ਲਾਈਫ ਹੋਣੀ ਚਾਹੀਦੀ ਹੈ। ਇੱਥੇ ਹਰ ਚੀਜ਼ ਲਈ ਨਾ ਬੋਝ ਹੈਗਾ। ਲਾਈਕ ਐਜੂਕੇਸ਼ਨ ਨੂੰ ਲਈਏ ਯਾਰ, ਬੋਰਡ ਆ ਗਿਆ ਤਾਂ ਪੜ੍ਹਨਾ, ਉੱਦਾਂ ਪੜ੍ਹਨਾ ਨਹੀਂ। ਕੱਲਾ ਸਰਕਾਰ ਨੇ ਕੁਝ ਨਹੀਂ ਕਰਨਾ। ਹੁਣ ਸਾਡੇ ਬੱਚੇ ਆ ਉੱਥੇ ਜਾ ਕੇ ਪ੍ਰੋਪਰ ਪੜ੍ਹਦੇ ਹੀ ਆ। ਅਗਰ ਉਹ ਥੋੜਾ ਮਾਈਂਡਸੈਟ ਜਿਹੜਾ ਕੈਨੇਡਾ ਵਾਲਾ ਬਣਾਇਆ ਹੋਇਆ ਹੈ ਇੱਥੇ ਇੰਡੀਆ ਵਾਲਾ ਬਣਾਉਣ, ਇੱਥੇ ਵੀ ਤਰੱਕੀ ਹੋ ਸਕਦੀ ਹੈ। ਸਾਰਾ ਕੁਝ ਸਰਕਾਰ ਕੀ ਗੱਲ ਹੋਊਗੀ? ਸਰਕਾਰ 'ਚ ਵੀ ਆਪਣੇ ਵਰਗੇ 12 14 15 ਮੇਨ ਬੰਦੇ ਬੈਠੇ ਹੋਏ ਆ ਨਾ, ਉਹ ਇਕੱਲੇ ਕੀ ਗੱਲ ਹੋਊਗਾ? ਮੇਨ ਤਾਂ ਬੰਦੇ ਨੂੰ ਆਪਣੇ ਆਪ 'ਚ ਵੀ ਉਹਨਾਂ ਨੂੰ ਆ ਲੱਗਦਾ ਕੈਨੇਡਾ ਜਾ ਰਹੇ ਆ ਤਾਂ ਸੋਚ ਉੱਦਾਂ ਦੀ ਬਣਾਉਂਦੇ ਆ। ਅਗਰ ਉਹ ਸੋਚ ਲੈ ਕੇ ਇੱਥੇ ਕੰਮ ਕਰੂਗੇ ਤਾਂ ਮੈਨੂੰ ਲੱਗਦਾ ਹੈ ਕਿ ਸਕਸੈਸ ਮਿਲ ਸਕਦੀ ਹੈ। ਇੱਦਾਂ ਦੀ ਗੱਲ ਹੈ। ਵਰਗੀਆਂ ਫੈਸਿਲਿਟੀਆਂ ਇੱਥੇ ਮਿਲਣਗੀਆਂ ਹਾਂ ਤਾਂ ਕਿਉਂਕਿ ਇੱਥੇ ਉਹ ਫੈਸਿਲਿਟੀਆਂ ਨਹੀਂ ਹੈਗੀਆਂ। ਅਸੀਂ ਲੋਕ ਚਾਹੁੰਦੇ ਆ ਵੀ ਉਹ ਫੈਸਿਲਿਟੀਆਂ ਜਿਹੜੀਆਂ ਕੈਨੇਡਾ ਅਮਰੀਕਾ ਬੱਚਿਆਂ ਨੂੰ ਦਿੰਦਾ ਉਹ ਸਾਨੂੰ ਇੱਥੇ ਮਿਲਣ। ਉਹ ਬੇਸਿਕ ਹੈ। ਜੇ ਬੱਚਿਆਂ ਨੂੰ ਫੈਸਿਲਿਟੀਆਂ ਮਿਲਣਗੀਆਂ ਬੱਚੇ ਜਾਣਗੇ ਹੀ ਨਹੀਂ। ਬੱਚਿਆਂ ਨੂੰ ਇੱਥੇ ਰੋਜ਼ਗਾਰ ਮਿਲੂਗਾ, ਬੱਚਾ ਕਿਉਂ ਕੈਨੇਡਾ ਜਾਣਗੇ ਜੀ ਸਾਡੇ? ਨਹੀਂ, ਹੁਣ ਇੱਥੇ ਫੇਰ ਗੱਲ ਆ ਜਾਂਦੀ ਹੈ। ਤੁਹਾਨੂੰ ਲੱਗਦਾ ਹੈ ਕਿ ਇਸ ਟਾਈਮ ਚਾਹੇ ਪੰਜਾਬ ਦਾ ਜੋ ਵੀ ਹਾਲ ਹੈ ਕੀਤਾ ਸਿਆਸਤਦਾਨਾਂ ਨਹੀਂ ਹੈ? ਬਿਲਕੁਲ ਸਿਆਸਤਦਾਨਾਂ ਨੇ ਉਹ ਸਿਆਸਤਦਾਨਾਂ ਨੂੰ ਚੁਣਿਆ ਕਿਹਨਾਂ ਨੇ? ਆਪਾਂ ਸਮਾਜ ਨੇ। ਆਪਾਂ ਲੋਕਾਂ ਨੂੰ ਕਿਤੇ ਲੋਕ ਵੀ ਉਨੇ ਹੀ ਜ਼ਿੰਮੇਵਾਰ ਨੇ ਜਿੰਨੇ ਸਿਆਸੀ ਪਾਰਟੀਆਂ ਜ਼ਿੰਮੇਵਾਰ ਨੇ। ਬਿਲਕੁਲ ਉਹ ਜਿਹੜੀ ਧਾਰਾ ਨਾ ਜੀ ਕਿ ਪਾਰਟੀਬਾਜੀ, ਮੇਰੇ ਫਾਦਰ ਸਾਹਿਬ ਇਸ ਬੰਦੇ ਨੂੰ ਪਾਰਟੀਬਾਜੀ ਹੋ ਗਈ ਨਾ, ਵੋਟ ਪਾ ਰਹੇ ਆ ਮੇਰੇ ਫਾਦਰ ਨੇ, ਜਿਨ੍ਹਾਂ ਨੂੰ ਵੋਟ ਪਾਈ ਮੈਂ ਵੀ ਉਹਨਾਂ ਨੂੰ ਪਾਵਾਂ। ਇਸ ਤੋਂ ਉੱਪਰ ਉੱਠਣਾ ਚਾਹੀਦਾ। ਮੈਂ ਸਾਰਿਆਂ ਨੂੰ ਇੱਕੋ ਹੀ ਗੱਲ ਕਹਿ ਰਿਹਾ ਕਿ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਵੋਟਾਂ ਪਾਓ। ਮੈਂ ਸਰ ਤੁਹਾਨੂੰ ਇੱਕ ਛੋਟਾ ਜਿਹਾ ਇੱਕ ਮਿੰਟ, ਮੈਂ ਇਹ ਸਵਾਲ ਤੇ ਇਹਨਾਂ ਨੇ ਕਿਹਾ ਵੀ ਮੈਂ ਜਵਾਬ ਦੇਣਾ ਚਾਹੁੰਦਾ। ਤੁਸੀਂ ਜਵਾਬ ਪੁੱਛੋ ਸਾਨੂੰ ਕਿਹੋ ਜਿਹਾ ਪੰਜਾਬ ਚਾਹੀਦਾ। ਤੁਸੀਂ ਵਾਰ-ਵਾਰ ਪੁੱਛਿਆ, ਕਹਿੰਦੇ ਹੋ ਫੈਸਿਲਿਟੀਆਂ ਨਹੀਂ ਮਿਲ ਰਹੀਆਂ, ਕੋਈ ਨਹੀਂ ਮਿਲੇ, ਕਿਉਂ ਨਹੀਂ ਮਿਲ ਰਹੀਆਂ? ਇਹ ਆਪਾਂ ਨੂੰ ਵੀ ਪਤਾ, ਤੁਹਾਨੂੰ ਵੀ ਪਤਾ ਹੈ ਕਿ ਆਪਣੀ ਫੰਡ ਯੂਟਿਲਾਈਜੇਸ਼ਨ ਵਧੀਆ ਨਹੀਂ ਹੈ। ਤੁਸੀਂ ਉਹਨੂੰ ਪੁੱਛ ਰਹੇ ਇਹਦਾ ਤਰੀਕਾ ਕੀ ਹੈ ਕਰਨ ਦਾ? ਤਰੀਕਾ ਤਾਂ ਆਪਾਂ ਇੰਨਾ ਵਧੀਆ ਸੀ, ਲੋਕਪਾਲ ਬਿੱਲ ਆ ਰਿਹਾ ਸੀ। ਬਿੱਲ ਬਣਾਉਣ ਵਾਲੇ ਹੀ ਬਿੱਲ ਬਣਾਉਣਾ ਨਹੀਂ ਚਾਹੁੰਦੇ ਤਾਂ ਕਿਵੇਂ ਹੋਊਗਾ? ਅੱਜ ਜੇ ਲੋਕਪਾਲ ਬਿੱਲ ਆ ਜਾਂਦਾ, ਲੋਕਪਾਲ ਬਿੱਲ ਕਾਹਦੇ ਵਿੱਚ ਸੀ? ਕੋਈ ਵੀ ਸਰਕਾਰੀ EMPLOYE ਜਾਂ ਪੋਲੀਟੀਸ਼ੀਅਨ ਕੋਈ ਗਲਤ ਤਰੀਕੇ ਨਾਲ ਪੈਸੇ ਕਮਾਉਂਦਾ ਹੈ ਜਾਂ ਕੁਝ ਕਰਦਾ ਹੈ, ਉਹ ਤਾਂ ਇੱਕ ਚੈੱਕ ਸੀਗਾ। ਅੱਜ ਆਪਣੇ ਤੁਸੀਂ ਜੋ ਇੰਡੀਆ ਵਿੱਚ ਕੋਈ ਚੈੱਕ ਹੈਗਾ ਨਾ, ਪੋਲੀਟੀਸ਼ੀਅਨ ਤੇ ਕੋਈ ਕੇਸ ਹੁੰਦਾ ਹੈ ਨਾ ਕੋਈ ਹੁੰਦਾ ਹੈ, ਠੀਕ ਹੈ ਨਾ? ਤਾਂ ਆਪਣੇ ਲਈ ਇੱਕੋ ਹੀ ਸੋਲਿਊਸ਼ਨ ਹੈ ਇੰਡੀਆ ਨੂੰ ਬਚਾਉਣ ਦਾ, ਉਹ ਹੈ ਲੋਕਪਾਲ ਬਿੱਲ। ਜਦੋਂ ਤੱਕ ਲੋਕਪਾਲ ਬਿੱਲ ਨਹੀਂ ਆਊਗਾ ਹਿੰਦੁਸਤਾਨ 'ਚ ਅੱਗੇ ਵੱਧ ਹੀ ਨਹੀਂ ਸਕਦਾ। ਪਰ ਲੋਕਪਾਲ ਬਿੱਲ ਨੇ ਇੱਕ ਪਾਰਟੀ ਜ਼ਰੂਰ ਦਿੱਤੀ। ਲੋਕਪਾਲ ਬਿੱਲ ਤਾਂ ਨਹੀਂ ਆਇਆ, ਲੋਕਪਾਲ ਨੇ ਇੱਕ ਪਾਰਟੀ ਦੇਤੀ ਤੇ ਪਾਰਟੀ ਪੰਜਾਬ ਦੇ ਵਿੱਚ ਵੀ ਸਿਆਸਤ ਕਰ ਰਹੀ ਹੈ ਤੇ ਦਿੱਲੀ ਦੇ ਵਿੱਚ 10 ਸਾਲ ਹੋ ਗਏ। ਆਪਣੇ ਵਿੱਚ ਨਾ ਇੱਕੋ ਵੱਡਾ ਜਿਹੜਾ ਲੈ ਕੇ ਆਏ ਸੀ ਉਹ ਪਤਾ ਨਹੀਂ ਕਿੱਥੇ ਨੇ। ਉਹੀ ਹੈ, ਬਿੱਲ ਬਣਾਉਣ ਵਾਲੇ ਹੀ ਬਿੱਲ ਬਣਾਉਣਾ ਨਹੀਂ ਚਾਹੁੰਦੇ। ਹੁਣ ਆਮ ਜਨਤਾ ਤਾਂ ਬਿੱਲ ਨਹੀਂ ਬਣਾ ਸਕਦੀ ਨਾ। ਹੁਣ ਆਪਾਂ ਨੂੰ ਇੱਕ ਐਸਾ ਇਮਾਨਦਾਰ ਨੇਤਾ ਚਾਹੀਦਾ ਜਿਹੜਾ ਲੋਕਪਾਲ ਬਿੱਲ ਬਣਾ ਦੇ। ਜਿੱਦਣ ਲੋਕਪਾਲ ਬਿੱਲ ਬਣ ਗਿਆ ਉਦੋਂ ਆਪਣਾ ਹਿੰਦੁਸਤਾਨ ਹੌਲੀ ਹੌਲੀ ਤਰੱਕੀ ਕਰਨ ਲੱਗ ਜਾਊਗਾ। ਬਿਨਾਂ ਲੋਕਪਾਲ ਬਿੱਲ ਤੋਂ ਆਪਣੀ ਤਰੱਕੀ, ਕਿਉਂਕਿ ਪੋਲੀਟੀਸ਼ੀਅਨ ਦੇ ਉੱਤੇ ਵੀ ਇੱਕ ਚੈੱਕ ਹੋਣਾ ਚਾਹੀਦਾ। ਦੇਖੋ, ਇੱਕ ਤਾਂ ਹੁੰਦਾ ਖੂਨ ਦੇ ਵਿੱਚ ਇਮਾਨਦਾਰੀ, ਠੀਕ ਹੈ, ਇੱਕ ਹੁੰਦੀ ਹੈ ਡਰ ਦੀ ਇਮਾਨਦਾਰੀ। ਹੁਣ ਹਿੰਦੁਸਤਾਨ ਵਾਲਿਆਂ ਨੂੰ ਖੂਨ ਦੀ ਇਮਾਨਦਾਰੀ ਘੱਟ ਆਉਂਦੀ ਹੈ, ਉਹਨਾਂ ਨੂੰ ਡਰ ਦੀ ਇਮਾਨਦਾਰੀ ਆਉਂਦੀ ਹੈ। ਜਦੋਂ ਤੱਕ ਪੋਲੀਟੀਸ਼ੀਅਨ ਨੂੰ ਪੁੱਛਣ ਵਾਲਾ ਕੋਈ ਨਹੀਂ ਹੋਊਗਾ, ਉਹਨਾਂ ਨੂੰ ਡਰ ਹੋਊਗਾ ਵੀ ਜੇ ਮੈਂ ਗਲਤ ਗੱਲ ਕਰੂੰਗਾ ਤਾਂ ਮੈਨੂੰ ਪੁੱਛਿਆ ਜਾਊਗਾ, ਠੀਕ ਹੈ ਨਾ? ਠੀਕ ਹੈ, ਉਹ ਚੀਜ਼ ਜਦ ਤੱਕ ਨਹੀਂ ਆਊਗੀ ਉਦੋਂ ਤੱਕ ਆਪਣਾ ਹਿੰਦੁਸਤਾਨ ਦਾ ਸੁਧਾਰ ਤਾਂ ਨਹੀਂ ਹੋ ਸਕਦਾ। ਇਸ ਲਈ ਤੁਸੀਂ ਬਾਰ-ਬਾਰ ਪੁੱਛ ਰਹੇ ਸੀ ਤਾਂ ਮੇਰੇ ਮਨ 'ਚ ਬਾਰ-ਬਾਰ ਆ ਰਿਹਾ ਸੀ ਤੁਹਾਨੂੰ ਕਿ ਹਿੰਦੁਸਤਾਨ ਨੂੰ ਸੁਧਾਰਨ ਦਾ ਇੱਕੋ ਹੀ ਤਰੀਕਾ ਹੈ ਲੋਕਪਾਲ ਬਿੱਲ, ਉਹ ਵੀ ਸਖਤੀ ਨਾਲ। ਬਿਲਕੁਲ, ਲੋਕਪਾਲ ਬਿੱਲ ਇਹਨਾਂ ਨੇ ਕਿਹਾ। ਤੁਹਾਨੂੰ ਕੀ ਲੱਗਦਾ ਹੈ ਕਿ MLA 5 ਸਾਲ MLA ਰਹਿੰਦਾ, 10 ਸਾਲ ਰਹਿੰਦਾ ਹੈ, ਜਿਵੇਂ ਹੀ ਉਹਨੂੰ ਲੱਗਦਾ ਕਿ ਹੁਣ 10 ਸਾਲ ਹੋ ਗਏ, ਮੁੰਡਾ ਜਵਾਨ ਹੋ ਜਾਂਦਾ ਹੈ, ਅਗਲਾ MLA ਵੀ ਸਾਹਮਣੇ ਦਿਖਾ ਦਿੱਤਾ ਜਾਂਦਾ ਹੈ ਜੀ ਅਗਲਾ MLA ਤਿਆਰ ਹੈ,
ਵਰਕਰ ਉਹਨਾਂ ਨਾਲ ਜੁੜਿਆ ਹੁੰਦਾ ਹੈ ਪੁਰਾਣਾ ਜਿੰਨੀ ਦੇਰ ਮਰਜ਼ੀ, ਪਰ ਉਹ ਐਮਐਲਏ ਨਹੀਂ ਬਣ ਸਕਦਾ। ਕੀ ਇਹ ਦੁਖਾਂਤ ਹੈ ਆਪਣੀ ਇਹ ਸਿਆਸਤ ਦਾ ਕਿ ਦੂਜੀ ਪਲਾਨ ਵੀ ਇਹ ਪਰਿਵਾਰ-ਵਾਰ ਚੱਲੀ ਜਾਊਗਾ? ਬਿਲਕੁਲ ਭਾਜੀ ਬਿਲਕੁਲ, ਕਿਉਂਕਿ ਐਮਐਲਏ ਜਿਹੜਾ ਵੀ ਹੈ ਕਿ ਇੱਕ ਵਾਰ ਤਾਂ ਨਜ਼ਰ ਆਉਂਦਾ ਹੈ, ਹੁਣ ਇਲੈਕਸ਼ਨ ਦੇ ਟਾਈਮ ਤਾਂ ਪੂਰਾ ਨਜ਼ਰ ਆਏਗਾ, ਉਸ ਤੋਂ ਬਾਅਦ ਮੁੜ ਕੇ ਜਨਤਾ ਮਗਰ ਐਮਐਲਏ ਲੁਕਦਾ ਫਿਰਦਾ ਹੈ, ਮੁੜ ਕੇ ਆਪਣਾ ਬੇਟਾ ਤਿਆਰ ਕਰ ਦਿੰਦਾ ਹੈ। ਅਸੀਂ ਸੋਚਦੇ ਹਾਂ ਪਤਾ ਨਹੀਂ ਇਹ ਵੀ ਸ਼ਾਇਦ ਸਿਆਸਤਦਾਨ ਦੀ ਫੈਮਿਲੀ 'ਚੋਂ ਹੈ, ਪੜ੍ਹਿਆ ਲਿਖਿਆ ਹੈ। ਕਦੀ ਲੋਕਾਂ ਨੇ ਸੋਚਿਆ ਕਿ ਇਹ ਪੜ੍ਹਿਆ ਲਿਖਿਆ ਹੈ ਜਾਂ ਉਹ ਹਿੰਦੁਸਤਾਨ ਦੇ ਵਿੱਚ ਰਿਹਾ ਹੈ, ਲੋਕਾਂ ਦੇ ਵਿੱਚ ਰਿਹਾ ਹੈ, ਲੋਕਾਂ ਦੇ ਦੁੱਖ ਦਰਦ ਪਤਾ ਕੀਤੇ, ਉਹਨੇ ਕੀ ਪ੍ਰੋਬਲਮ ਕੀ ਕਿੱਥੇ ਕੀ ਹੈ। ਹੋ ਸਕਦਾ ਉਹ ਬਾਹਰ ਕੰਟਰੀ 'ਚ ਰਹਿ ਕੇ ਆਇਆ ਹੋਵੇ, ਇੱਥੇ ਆ ਕੇ ਉਹਨੂੰ ਪਾਵਰ ਦਿੱਤੀ ਜਾਵੇ। ਲੋਕਾਂ ਦੀ ਵਾਕਈ ਅਰੋੜਾ ਜੀ ਨੇ ਬਿਲਕੁਲ ਸਹੀ ਕਿਹਾ ਕਿ ਆਪਾਂ ਸੋਚ ਤੋਂ ਨਿਕਲ ਕੇ ਬਾਹਰ ਆਉਣਾ ਹੈ, ਨਵੇਂ ਬੰਦੇ ਨੂੰ ਮੌਕਾ ਦਿੱਤਾ ਜਾਵੇ, ਆਪਣੇ ਵਿੱਚ ਦੇ ਬੰਦੇ ਨੂੰ ਮੌਕਾ ਦਿੱਤਾ ਜਾਵੇ ਕਿ ਹਾਂ ਇਹ ਬੰਦਾ ਸਾਡਾ ਸੁਧਾਰ ਕਰ ਸਕਦਾ ਹੈ। ਕਰਪਸ਼ਨ ਬਹੁਤ ਹੈ, ਲੇਕਿਨ ਇਹ ਹੈ ਕਿ ਹੌਲੀ ਹੌਲੀ ਘੱਟ ਹੋਏਗਾ ਕਿ ਆਪਣੇ ਦੇਸ਼ ਦੇ ਕੋਲ ਜਿਵੇਂ ਹੁਣ ਕ੍ਰਾਈਮ ਇੰਨਾ ਵੱਧ ਰਿਹਾ ਵਾ, ਲੁੱਟ ਖੋਹ ਇੰਨੀ ਵੱਧ ਰਹੀ ਹੈ, ਆਪਣੀ ਮਾਂ ਭੈਣ ਰੋਡ ਤੇ ਜਾਂਦੀ ਹੈ, ਕਦੀ ਚੇਨ ਖੋਹ ਲਿੱਤੀ ਜਾਂਦੀ ਹੈ, ਕਿ ਉਹ ਕ੍ਰਾਈਮ ਤੇ ਠੱਲ ਪਾਈ ਜਾ ਸਕਦੀ ਹੈ। ਉਹ ਐਮਐਲਏ ਦਾ ਦਬਦਾ ਹੋਏਗਾ, ਸਭ ਤੋਂ ਉੱਪਰ ਸੀਨੀਅਰ ਦਾ ਬੈਠਾ ਦਬਦਬਾ ਹੋਏਗਾ, ਪੁਲਿਸ ਵੀ ਆਪਣਾ ਕੰਮ ਕਰੇਗੀ। ਇਹ ਕਹਿੰਦੇ ਨੇ ਨਵਾਂ ਬੰਦਾ ਆਉਣਾ ਚਾਹੀਦਾ। ਨਵਾਂ ਬੰਦਾ ਆਊਗਾ ਕਿਵੇਂ? ਜਿਹੜਾ ਬੰਦਾ ਪਿਛਲਾ ਹਾਰਿਆ ਹੁੰਦਾ ਹੈ ਉਹੀ ਦੁਬਾਰਾ ਖੜਾ ਹੁੰਦਾ ਹੈ, ਜਿਹੜਾ ਬੰਦਾ ਇਸ ਟਾਈਮ ਐਮਐਲਏ ਹੁੰਦਾ ਉਹੀ ਖੜਾ ਹੁੰਦਾ, ਤੇ ਨਵਾਂ ਬੰਦਾ ਕਿੱਥੋਂ ਆ ਜਾਊ? 1992 ਤੋਂ ਲੈ ਕੇ ਯੂਥ ਕਾਂਗਰਸ ਵਾਰਡ ਤੋਂ ਸ਼ੁਰੂ ਹੋਇਆ ਸੀਗਾ, ਆ ਤੁਸੀਂ ਦੇਖ ਲਓ 2021 ਆ ਗਿਆ, ਕਿਤੇ ਵਰਕਰ ਨੂੰ ਕੋਈ ਪਾਰਟੀ ਕਿਤੇ ਐਡਜਸਟ ਨਹੀਂ ਕਰਦੀ। ਮੈਂ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦਾ ਵਾਂ, ਜੋ ਹਾਲ ਆ ਸਿਰਫ ਇਹੀ ਦੇਖਦੇ ਆ, 4 ਜਿਹੜੇ ਬੰਦੇ ਉੱਥੇ ਚਮਚਾਗਿਰੀ ਕਰਦੇ ਜਾ ਕੇ ਐਮਐਲਏ ਦੇ ਕਰੇ ਜਾਂ ਕਿਤੇ ਹੋਰ ਜਾ ਕੇ, ਉਹਨੂੰ ਕਿਤੇ ਨਾ ਕਿਤੇ ਸਰਕਾਰੀ ਕਮੇਟੀ 'ਚ ਪਾਇਆ ਜਾਂਦਾ। ਜਿਹੜਾ ਬੰਦਾ 4 ਵਰਕਰ ਲੈ ਕੇ ਤੁਰਦਾ ਵਾ ਉਹਨੂੰ ਕੋਈ ਨਹੀਂ ਪੁੱਛਦਾ, ਸਿਰਫ ਚਮਚੇ ਚਾਹੀਦੇ ਇਹਨਾਂ ਨੂੰ, ਵਰਕਰ ਨਹੀਂ ਚਾਹੀਦਾ। ਇਮਾਨਦਾਰ ਬੰਦੇ ਦੀ ਤਾਂ ਕੋਈ ਵੈਲਿਊ ਨਹੀਂ ਇੱਥੇ। ਜੋ ਹਾਲਾਤ ਨੇ, ਜਿੰਨੇ ਗੈਂਗਸਟਰ ਬਣਾਏ ਨੇ ਸਾਰੇ ਟੋਟਲ ਸਾਡੇ ਐਮਐਲਏ ਸਾਡੇ ਮੰਤਰੀਆਂ ਨੇ ਬਣਾਏ ਨੇ, ਸਾਰੀਆਂ ਪਾਰਟੀਆਂ ਨੇ ਬਣਾਏ ਨੇ, ਕਿਸੇ ਆਮ ਦੇ ਨਹੀਂ। ਜਿੰਨੀ ਅਫਸਰਸ਼ਾਹੀ ਆ ਇਹ ਸਾਡੇ ਐਮਐਲਏ ਸਾਡੇ ਮੰਤਰੀਆਂ ਦੇ ਥੱਲੇ ਕੰਮ ਕਰਦੀ ਆ। ਆਮ ਕਿਸੇ ਗਰੀਬ ਬੰਦੇ ਨੂੰ ਕੋਈ ਇਨਸਾਫ ਨਹੀਂ ਮਿਲਦਾ, ਚਾਹੇ ਕੋਈ ਕਿਤੇ ਗੱਲ ਕਰ ਲੈ, ਚਾਹੇ ਵੱਡੇ ਅਫਸਰ ਨੂੰ ਕਰ ਲੈ, ਕੋਈ ਛੋਟੇ ਅਫਸਰ ਨੂੰ ਕਰ ਲੈ, ਕਿਸੇ ਦੀ ਕੋਈ ਸੁਣਵਾਈ ਨਹੀਂ ਹੁੰਦੀ। ਡਾਕਟਰ ਸਾਹਿਬ ਤੁਸੀਂ ਕਿਹਾ ਮੈਂ ਕਾਂਗਰਸ ਤੋਂ ਬਿਲੋਂਗ ਕਰਦਾ। ਇੱਧਰ ਕੱਲ ਤਾਂ ਨਵਜੋਤ ਸਿੰਘ ਸਿੱਧੂ ਕਹਿੰਦੇ 2 ਬੈਲਾਂ ਦੀ ਜੋੜੀ ਹੈ, ਮੇਰੀ ਤੇ ਚੰਨੀ ਦੀ, ਤੇ ਅਸੀਂ ਤਾਂ ਪੰਜਾਬ ਨੂੰ ਅੱਗੇ ਲੈ ਕੇ ਜਾਣਾ। ਕਿਵੇਂ ਦੇਖਦੇ ਹੋ? ਸਰਦਾਰ ਨਵਜੋਤ ਸਿੰਘ ਸਿੱਧੂ ਦੀ ਜੇ ਗੱਲ ਕਰੀਏ, ਉਹ ਇੱਕੋ ਇੱਕ ਓਨੈਸਟ ਬੰਦਾ ਵਾ, ਉਹਨੇ ਕਈ ਅਹੁਦਿਆਂ ਨੂੰ ਲੱਤ ਮਾਰੀ ਆ ਕਿਉਂਕਿ ਉਹ ਇਮਾਨਦਾਰ ਬੰਦਾ ਵਾ। ਜਿਹੜੀ ਥੱਲੇ ਖਿਚੜੀ ਪੱਕੀ ਹੋਈ ਆ ਉਹ ਅਜੇ ਤੱਕ ਵੀ ਵਰਕਰ ਦੀ ਕੋਈ ਕਦਰ ਨਹੀਂ, ਕੋਈ ਸੁਣਵਾਈ ਨਹੀਂ ਹੋ ਰਹੀ। ਤੁਹਾਨੂੰ ਲੱਗਦਾ ਜਿਹੜਾ ਪੰਜਾਬ ਮਾਡਲ ਉਹ ਵੀ ਤੁਹਾਡਾ, ਉਹੀ ਪੰਜਾਬ ਮਾਡਲ ਤੁਹਾਡਾ, ਉਹੀ ਇਹਨਾਂ ਦਾ? ਹਰੇਕ ਬੰਦਾ ਚਾਹੁੰਦਾ ਹੈ ਕਿ ਪੰਜਾਬ ਦੇ ਵਿੱਚ ਜੇ ਕੋਈ ਬੋਲਦਾ ਵਾ, ਚਾਹੇ ਨਵਜੋਤ ਸਿੰਘ ਸਿੱਧੂ ਬੋਲਦਾ ਵਾ ਜਾਂ ਲਾਲ ਸਿੰਘ ਸਿੱਧੂ ਬੋਲਦਾ ਵਾ, ਇਹਨਾਂ ਨੂੰ ਭੈੜਾ ਲੱਗਦਾ ਵਾ, ਸੱਚ ਬੋਲਦਾ ਵਾ। ਜੇ ਇਹਨਾਂ ਦੇ ਮਗਰ ਨਾਰੇ ਲਾਈਏ, ਜੈ ਕਰੀਏ, ਫਿਰ ਤਾਂ ਬਹੁਤ ਸੂਤ ਨੇ। ਜੇ ਸੱਚ ਬੋਲੀਏ, ਜੇ ਇਹਨਾਂ ਨੂੰ ਪੁੱਛੀਏ ਕੋਈ ਕੰਮ ਦੀ ਗੱਲ ਕਰੀਏ ਵੀ ਆਹ ਕੰਮ ਅਸੀਂ ਕਰ, ਨਹੀਂ ਜੀ ਇਹ ਨਹੀਂ ਅਜੇ ਹੋਣਾ। ਉਦਾਂ ਵੱਡੇ ਐਲਾਨ ਕਰਦੇ ਨੇ, ਕੋਈ ਕੰਮ ਕਹਿ ਦਈਏ, ਆ ਸਾਡਾ ਕਿਰਪਾਲ ਨਗਰ ਦੇਖ ਲਓ, ਆ ਤਾਰਾਂ ਨਾਲ ਭਰਿਆ ਪਿਆ, ਸਾਰਾ ਹਜ਼ਾਰਾਂ ਦਾ ਲੱਖਾਂ ਦਾ ਕਾਰੋਬਾਰ ਆ। ਜਦੋਂ ਕੋਈ ਨੁਕਸਾਨ ਹੋਊਗਾ ਉਦੋਂ ਇਹਨਾਂ ਨੇ ਦੇਖਣਾ। ਕਈ ਵਾਰੀ ਲਿਖ ਕੇ ਦੇ ਚੁੱਕੇ ਆ, ਕੋਈ ਸੁਣਵਾਈ ਨਹੀਂ ਹੁੰਦੀ। ਰਾਜਿੰਦਰ ਜੀ ਇੱਕ ਚੀਜ਼ ਹੈ, ਸਿਆਸਤਦਾਨ ਕਹਿੰਦੇ ਨੇ ਵੀ ਆ ਪਿੱਛੇ ਜੇ ਹੁਣ ਚੰਨੀ ਜੀ ਨੇ ਵੀ ਇਹ ਪੁੱਛਿਆ ਵੀ ਭਾਈ ਐਸਐਸਪੀ ਐਮਐਲਏ ਨੂੰ ਪੁੱਛਦਾ ਵੀ ਐਸਐਸਪੀ ਤੇਰੇ ਕਹਿਣ ਤੇ ਲਾਇਆ ਗਿਆ। ਤੁਹਾਨੂੰ ਲੱਗਦਾ ਇਹੋ ਜੀ ਸਿਆਸਤ ਹੋਣੀ ਚਾਹੀਦੀ ਹੈ? ਐਮਐਲਏ ਤੋਂ ਪੁੱਛ ਕੇ ਕਿਉਂ ਐਸਐਸਪੀ ਲਾਇਆ ਜਾਏ, ਐਮਐਲਏ ਤੋਂ ਪੁੱਛ ਕੇ ਕਿਉਂ ਐਸਐਸਓ ਲਾਇਆ ਜਾਏ? ਇਹਦਾ ਮਤਲਬ ਇਹੀ ਹੋਏਗਾ ਕਿ ਐਮਐਲਏ ਆਪਦੀ ਮਰਜ਼ੀ ਨਾਲ ਹੀ ਕੰਮ ਕਰਾਈ ਜਾਊਗਾ, ਭਾਵੇਂ ਉਹ ਕਾਨੂੰਨੀ ਨੇ ਤੇ ਭਾਵੇਂ ਗੈਰ ਕਾਨੂੰਨੀ ਨੇ। ਜੀ ਬਿਲਕੁਲ, ਇਹ ਕਿਤੇ ਨਾ ਕਿਤੇ ਜਿਹੜੇ ਨੇ ਨਾ ਆਪਣੇ ਮਸਲੇ ਹੱਲ ਕਰਵਾਉਣ ਵਾਸਤੇ ਲਗਾਉਂਦੇ ਨੇ। ਤੁਸੀਂ ਕਹਿੰਦੇ ਸੀ ਨਾ ਵੀ ਉਹਦਾ ਬੇਟਾ ਤਿਆਰ ਹੋ ਜਾਂਦਾ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਵੀ ਰਾਜਨੀਤੀ ਕੀ ਹੋਣੀ ਚਾਹੀਦੀ ਹੈ। ਰਾਜਨੀਤੀ ਦਾ ਮਤਲਬ ਜਿਹੜਾ ਸੇਵਾ ਵਾ, ਤੇ ਰਾਜਨੀਤੀ ਸੇਵਾ ਹੀ ਰਹਿਣੀ ਚਾਹੀਦੀ ਹੈ, ਵਪਾਰ ਨਹੀਂ ਬਣਨਾ ਚਾਹੀਦਾ। ਮੁੱਦੇ ਜਿਹੜੇ ਨੇ ਹੁਣ ਤੁਸੀਂ ਲੁਧਿਆਣੇ ਦੀ ਗੱਲ ਕਰੀਏ, ਜੇ ਮੁੱਦੇ ਪਹਿਲੇ ਦਿਨ ਵੀ ਉਹੀ ਸੀ ਤੇ ਅੱਜ ਵੀ ਉਹੀ ਨੇ। ਗੱਲ ਤੁਸੀਂ ਲੁਧਿਆਣੇ ਦੀ ਕਰੋਗੇ, ਜਦੋਂ ਲੁਧਿਆਣੇ ਦੀ ਗੱਲ ਆਊਗੀ ਤਾਂ ਤੁਹਾਡੇ ਸਾਹਮਣੇ ਜਿਹੜੀ ਆ ਬੁੱਢੇ ਦਰਿਆ ਦੀ ਗੱਲ ਜ਼ਰੂਰ ਆਊਗੀ, ਕਿਉਂਕਿ ਬੁੱਢਾ ਦਰਿਆ ਜਿਹੜਾ ਹੈ ਉਹਦੇ ਤੇ ਸਿਆਸਤ ਜਿਹੜੀ ਤਕਰੀਬਨ ਅਸੀਂ ਕਹਿ ਦਈਏ ਵੀ ਜਦੋਂ ਦੀ ਸਿਆਸਤ ਸ਼ੁਰੂ ਹੋਈ ਆ ਤੇ ਬੁੱਢੇ ਦਰਿਆ ਤੋਂ ਸਿਆਸਤ ਸ਼ੁਰੂ ਹੁੰਦੀ। ਬੁੱਢੇ ਦਰਿਆ ਦੇ ਹਾਂਜੀ ਅਸੀਂ ਇਹਨੂੰ ਸਫਾਈ ਕਰਾਂਗੇ ਕਰੋੜਾਂ ਅਰਬਾਂ ਰੁਪਈਆ ਹਰ ਵਾਰੀ ਉਹਦੇ ਤੇ ਲਗਾਇਆ ਜਾਂਦਾ। ਜੇ ਗੱਲ ਕਰੀਏ ਮਸਲਾ ਕਦੇ ਵੀ ਹੱਲ ਨਹੀਂ ਕੀਤਾ ਜਾਂਦਾ ਕੋਈ ਮਸਲਾ। ਜੇ ਗੱਲ ਵਰਕਰਾਂ ਦੀ ਕਰ ਲੈਣ ਵੀ ਹਾਂਜੀ ਇੰਨੇ ਵਰਕਰ ਪੱਕੇ ਹੋਣਗੇ, ਕਿਉਂ? ਜੇ ਕੋਈ ਪੱਕੇ ਕਰਤੇ ਵਰਕਰ, ਉਹ ਮੁੱਦਾ ਖਤਮ ਹੋ ਗਿਆ ਤਾਂ ਸਿਆਸਤ ਖਤਮ ਹੋ ਗਈ। ਜੇ ਮੁੱਦਾ ਨਹੀਂ ਹੁੰਦਾ ਚੋਣ ਕਿੱਦਾਂ ਹੋਊਗੀ? ਹੁਣ ਗੱਲ ਕੀ ਸੀਗੀ ਵੀ ਅਗਲੇ ਦਾ ਬੇਟਾ ਕਿਉਂ ਤਿਆਰ ਹੋ ਜਾਂਦਾ? ਕਿਉਂਕਿ ਜੇ ਰਾਜਨੀਤੀ ਸੇਵਾ ਹੋਊਗੀ, ਉਹ ਤੋਂ ਪੈਸੇ ਦੀ ਕਮਾਈ ਨਹੀਂ ਹੋਊਗੀ, ਤਾਂ ਆਟੋਮੈਟਿਕ ਜਿਹੜਾ ਬੰਦਾ ਵਾ ਆਪਣੇ ਬੇਟੇ ਨੂੰ ਉਧਰ ਨਹੀਂ ਪਾਊਗਾ। ਉਹਨੂੰ ਕਹੂਗਾ ਤੂੰ ਪੁੱਤਰ ਕੋਈ ਬਿਜ਼ਨਸ ਕਰ, ਦੁਕਾਨਦਾਰੀ ਕਰ, ਜਾਂ ਆਪਣੀ ਕਿਤੇ ਨਾ ਕਿਤੇ ਨੌਕਰੀ ਲੱਭ। ਜਦੋਂ ਤੱਕ ਜਿਹੜੀ ਰਾਜਨੀਤੀ ਕਮਾਈ ਦਾ ਸੌਦਾ ਬਣਿਆ ਹੋਇਆ ਵਾ, ਇੱਕ ਸਾਧਨ ਬਣਿਆ ਹੋਇਆ ਵਾ, ਤਾਂ ਹਰੇਕ ਬੰਦਾ ਚਾਹੁੰਦਾ ਕਿ ਮੈਂ ਕਮਾਵਾਂ, ਮੇਰੇ ਤੋਂ ਬਾਅਦ ਮੇਰੀਆਂ 7 ਪੁਸਤਾਂ ਵੀ ਇਹਦੀ ਰਾਜਨੀਤੀ ਵਿੱਚ ਹੀ ਕਮਾਉਣ, ਕਿਉਂਕਿ ਇੱਕ ਵਧੀਆ ਧੰਦਾ ਜਿਹੜਾ ਲੀਡਰਾਂ ਨੇ ਇਹਨੂੰ ਬਣਾ ਲਿਆ। ਸਾਰੇ ਕਿਹਾ ਮੈਂ ਹੋਰ ਕਿਹੜੀ ਜਾਵਾਂਗਾ ਇੱਥੇ। ਇਹਨਾਂ ਨੇ ਗੱਲ ਕੀਤੀ ਰਾਜਨੀਤੀ ਦੀ। ਆਮ ਬੰਦਾ
ਕਿਉਂ ਨਹੀਂ ਰਾਜਨੀਤੀ ਚਾਹੁੰਦਾ? ਆ ਛੋਟਾ ਜਿਹਾ ਪ੍ਰਧਾਨ ਹੁੰਦਾ, ਉਹ ਕੋਈ ਐਕਟਿਵਾ ਹੁੰਦੀ ਆ, ਕੋਈ ਕਾਉਂਸਲਰ ਜਾਂ ਐਮਐਲਏ ਬੰਦਾ, ਸਭ ਤੋਂ ਮਹਿੰਗੀ ਗੱਡੀ ਉਹਦੀ ਕੋ ਹੁੰਦੀ ਆ, ਉਹਦਾ ਬਿਜ਼ਨਸ ਕਿੱਦਾਂ ਵੱਧ ਜਾਂਦਾ ਵਾ। ਮੈਂ ਆਮ ਜਨਤਾ ਨੂੰ ਜਾਗਰੂਕ ਕਰਨਾ ਚਾਹੁੰਦਾ ਵਾਂ, ਜੇ ਤੁਸੀਂ ਇਮਾਨਦਾਰ ਲੀਡਰ ਚਾਹੁੰਦੇ ਹੋ, ਇਮਾਨਦਾਰ ਬੰਦਾ ਚੁਣੋ ਤਾਂ ਜੋ ਆਮ ਬੰਦੇ ਦੀ ਗੱਲ ਦੀ ਸੁਣਾਈ। ਕੋਈ ਐਸਐਚਓ ਨਹੀਂ ਸੁਣਦਾ, ਕੋਈ ਵੱਡਾ ਅਫਸਰ ਨਹੀਂ ਸੁਣਦਾ। ਗੱਲ ਕਰਦੇ ਸੀਗੇ, ਤੁਸੀਂ ਕਹਿੰਦੇ ਸੀ ਨਾ ਪੈਸੇ ਵੱਧ ਲੱਗ ਜਾਂਦੇ ਆ। ਆ ਪਿੱਛੇ ਜੇ ਸਾਡੇ ਸੁਪਰ ਫੰਕਸ਼ਨ ਲੱਗੀ, ਕਹਿੰਦੇ 60 ਲੱਖ ਰੁਪਈਆ ਲੱਗਦਾ ਵਾ, 2 ਕਰੋੜ ਦੀ ਮਸ਼ੀਨ ਆ। ਇਹ ਸਾਡੀ ਕਾਰਪੋਰੇਸ਼ਨ ਆਪ ਕਿਉਂ ਨਹੀਂ ਲੈ ਕੇ ਆਉਂਦੀ? ਔਰ 90,000 ਰੁਪਏ ਕਿਲੋਮੀਟਰ ਦਾ ਲੈਂਦੇ ਆ, ਕੰਮ ਫੇਰ ਨਹੀਂ ਹੁੰਦੇ। ਆਹ ਹਾਲਾਤ ਨੇ, ਫਿਰ ਕਹਿੰਦੇ ਜੀ ਖਜ਼ਾਨਾ ਖਾਲੀ, ਖਜ਼ਾਨਾ ਤਾਂ ਆਪੇ ਖਾਲੀ ਹੋਣਾ। ਖਜ਼ਾਨਾ ਖਾਲੀ ਆ, ਇਹਨਾਂ ਦੇ ਬੈਂਕ ਭਰੇ ਪਏ ਆ, ਲੀਡਰਾਂ ਦੇ, ਅਫਸਰਾਂ ਦੇ ਜੇਬਾਂ ਇਹਨਾਂ ਦੀਆਂ ਫੁੱਲ ਪਈਆਂ ਨੇ। ਆਮ ਜਨਤਾ ਤਰਾਈ ਕਰਦੀ ਪਈ ਆ ਟੈਕਸ ਦੇ ਕੇ। ਬਿਲਕੁਲ ਕਹਿੰਦੇ ਕਿ ਸਿਆਸਤਦਾਨ, ਸਾਰਿਆਂ ਨੂੰ ਇਹੀ ਪਤਾ ਹੈ ਕਿ ਸਿਆਸਤਦਾਨ ਚਾਹੇ ਕਾਉਂਸਲਰ ਹੋਵੇ, ਕੁਛ ਹੋਵੇ, ਕਿਵੇਂ ਉਹ ਕੋਠੀਆਂ ਤੇ ਆ ਜਾਂਦਾ, ਇੱਕ ਐਕਟਿਵਾ ਤੋਂ ਕਿਵੇਂ ਮਹਿੰਗੀ ਗੱਡੀ ਤੇ ਆ ਜਾਂਦਾ। ਇਹ ਸਾਰਿਆਂ ਨੂੰ ਪਤਾ ਹੋਣ ਦੇ ਬਾਵਜੂਦ ਵੀ ਅਗਲੀ ਵਾਰ ਕਾਉਂਸਲਰ ਵੀ ਉਹੀ ਬਣਦਾ, ਅਗਲੀ ਵਾਰ ਐਮਐਲਏ ਵੀ ਉਹਨੂੰ ਹੀ ਬਣਾਉਂਦੇ ਆ, ਤੇ ਅਗਲੀ ਵਾਰ ਫਿਰ ਐਮਪੀ ਵੀ ਉਹਨੂੰ ਹੀ ਬਣਾ ਦਿੰਦੇ ਆ। ਸਾਰਾ ਕੁਝ ਜਾਣਦੇ ਹੋਏ ਵੀ ਆਪਾਂ ਪੰਜਾਬ ਫਿਰ ਉਹਨਾਂ ਦੇ ਹੱਥ 'ਚ ਹੀ ਦੇ ਦਿੰਦੇ ਆ ਜਿਨ੍ਹਾਂ ਨੇ ਪੰਜਾਬ ਦਾ ਖਜ਼ਾਨਾ ਖਾਲੀ ਕੀਤਾ ਹੁੰਦਾ। Please subscribe our channel and press the bell icon ताकि कोई भी नवी अपडेट तुझे बिल्कुल भी मिस ना करो।